आओ कुछ समा उस दे संबंध विच विचारां दी सांझ पाउणी है। पंछी झात अज दे इतिहास दे उत्ते पाउणी है। दोवें हथ जोड़ के सिर नवा के हाजरी लवाउंदियां होया गज के फतेह बुलाओ जी। वाहिगुरु जी का खालसा वाहिगुरु जी की फतेह। इस डोल दी होई धरती ने, ਇਹੋ ਹੀ ਧਰਤੀ ਜਿੱਥੇ ਆਪਾਂ ਬੈਠੇ ਹਾਂ, ਇਹ ਬ੍ਰਹਿਮੰਡ ਪਾਪ ਇੰਨੇ ਜ਼ਿਆਦਾ ਹੋ ਗਏ ਸੀਗੇ ਕਿ ਧਰਤੀ ਨੇ ਡੋਲਦੀ ਹੋਈ ਨੇ ਪ੍ਰਮਾਤਮਾ ਦੇ ਅੱਗੇ ਅਰਦਾਸ ਕੀਤੀ ਹੈ, ਹੇ ਪ੍ਰਮਾਤਮਾ ਜੀ ਆਪ ਕਿਰਪਾ ਕਰੋ, ਮੈਨੂੰ ਪਾਪਾਂ ਦੀ ਭਰੀ ਹੋਈ ਨੂੰ ਡੋਲਦੀ ਹੋਈ ਨੂੰ ਆਪ ਕਿਰਪਾ ਕਰਕੇ ਮੈਨੂੰ ਸਹਾਰਾ ਬਖਸ਼ਿਸ਼ ਕਰੋ। ਜਦੋਂ ਧਰਤੀ ਨੇ ਇਹ ਅਰਦਾਸ ਕੀਤੀ ਹੈ, ਬਾਣੀ 'ਚ ਬਚਨ ਆਉਂਦੇ ਆ, ਕਲ ਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ। ਇਹ ਧਰਤੀ ਪਾਪਾਂ ਨਾਲ ਭਰ ਚੁੱਕੀ ਸੀਗੀ। ਧਰਤੀ ਅਰਦਾਸ ਕਰਦੀ ਹੈ, ਪਿਆਰਿਓ ਧਰਤੀ ਦੀ ਅਰਦਾਸ ਸੁਣ ਕੇ ਅਕਾਲ ਪੁਰਖ ਜੀ ਪਰਮੇਸ਼ਰ ਜੀ ਨਿਰਗੁਣ ਤੋਂ ਸਰਗੁਣ ਰੂਪ ਧਾਰਨ ਕਰਕੇ ਇਸ ਧਰਤੀ ਦੇ ਉੱਤੇ ਆਏ, ਜਿਨ੍ਹਾਂ ਨੂੰ ਸਾਰਾ ਜਗਤ ਧੰਨ ਗੁਰੂ ਨਾਨਕ ਦੇਵ ਸਾਹਿਬ ਸਤਿਗੁਰੂ ਜੀ ਦੇ ਨਾਮ ਨਾਲ ਜਾਣਦਾ ਹੈ। ਗੁਰੂ ਨਾਨਕ ਸਾਹਿਬ ਇਸ ਧਰਤੀ ਤੇ ਆਏ ਸਾਨੂੰ ਜੀਵਾਂ ਨੂੰ ਤਾਰਨ ਵਾਸਤੇ, ਕਿਉਂਕਿ ਭਾਈ ਗੁਰਦਾਸ ਜੀ ਲਿਖਦੇ ਆ, ਸੁਣੀ ਅਰਦਾਸ ਜਦੋਂ ਵਾਹਿਗੁਰੂ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਗੁਰੂ ਨਾਨਕ ਸਾਹਿਬ ਜਗਤ ਵਿੱਚ ਆਏ। ਗੁਰੂ ਨਾਨਕ ਸਾਹਿਬ ਜੀ ਦੇ ਆਉਣ ਦਾ ਕਾਰਨ ਕੀ ਹੈ, ਉਹ ਵੀ ਗੁਰਮੁਖੋ ਭਾਈ ਗੁਰਦਾਸ ਜੀ ਲਿਖਦੇ ਆ। ਉਹ ਕਹਿੰਦੇ ਕਲ ਤਾਰਨ ਗੁਰੂ ਨਾਨਕ ਆਇਆ। ਗੁਰੂ ਨਾਨਕ ਸਾਹਿਬ ਆਪ ਕਲਯੁਗ ਨੂੰ ਤਾਰਨ ਵਾਸਤੇ ਆਏ। ਜਦੋਂ ਸਤਿਗੁਰੂ ਆਏ ਆ, ਸਦਾ ਸਤਿਗੁਰੂ ਸਰੀਰ ਕਰਕੇ ਨਹੀਂ ਸੀ ਰਹਿ ਸਕਦੇ। ਮਹਾਰਾਜ ਨੇ ਕਿਰਪਾ ਕੀਤੀ, ਪਰਮਾਤਮਾ ਦੇ ਬੋਲ ਜਿਹੜੇ ਮਨੁੱਖ ਦਾ ਹਿਰਦਾ ਠਾਰ ਦੇਣ, ਐਸੀ ਰੱਬੀ ਬਾਣੀ ਸਤਿਗੁਰੂ ਜੀ ਨੇ ਆਪ ਆਪਣੇ ਮੁਖ ਤੋਂ ਉਚਾਰਨ ਕੀਤੀ ਜੀ, ਤਾਂ ਕਿ ਸਾਡੇ ਹਿਰਦੇ ਠਰਨ, ਅੰਦਰ ਸ਼ਾਂਤੀ ਆਵੇ, ਬਾਣੀ ਨੂੰ ਸੁਣ ਕੇ ਅੰਦਰ ਧਰਵਾਸਾ ਆਵੇ। ਸਾਨੂੰ ਜੀਵਾਂ ਨੂੰ ਤਾਰਨ ਵਾਸਤੇ ਗੁਰੂ ਨਾਨਕ ਸਾਹਿਬ ਜੀ ਨੇ ਇਸ ਬਾਣੀ ਨੂੰ ਉਚਾਰਨ ਕੀਤਾ ਜੀ। ਔਰ ਚੇਤਾ ਰੱਖਿਓ, ਗੁਰਬਾਣੀ ਕਿਹੜੇ ਕਿਹੜੇ ਸਮੇਂ ਮਹਾਰਾਜ ਉਚਾਰਦੇ ਰਹੇ। ਜਦੋਂ ਵੀ ਆਪ ਪਰਮੇਸ਼ਰ ਦੀ ਬੰਦਗੀ ਕਰਦੇ, ਗੁਰੂ ਨਾਨਕ ਸਾਹਿਬ ਉਸ ਸਮੇਂ ਵੀ ਬਾਣੀ ਨੂੰ ਉਚਾਰਨ ਕਰਦੇ। ਫਿਰ ਜਦੋਂ ਕਿਸੇ ਅਨਮਤ ਵਾਲੇ ਦੇ ਨਾਲ ਉਹਦੇ ਸਵਾਲ ਦਾ ਉੱਤਰ ਦਿੰਦੇ, ਉਦੋਂ ਵੀ ਸਤਿਗੁਰੂ ਰੱਬੀ ਬਾਣੀ ਨੂੰ ਆਪ ਉਚਾਰਨ ਕਰਦੇ ਜੀ। ਸਿੱਧ ਗੋਸ਼ਟ ਬਾਣੀ, ਸਿੱਧਾਂ ਦੇ ਨਾਲ ਗੋਸ਼ਟ ਹੋਈ ਗੁਰੂ ਨਾਨਕ ਸਾਹਿਬ ਜੀ ਦੀ। ਸਤਿਗੁਰੂ ਜੀ ਨੇ ਸਿੱਧ ਗੋਸ਼ਟ ਬਾਣੀ ਆਪ ਉਚਾਰਨ ਕੀਤੀ ਜੀ। ਸ੍ਰੀ ਜਪਜੀ ਸਾਹਿਬ ਦਾ ਪਾਠ ਬਹੁਤ ਸਾਰੇ ਸਾਡੇ ਵਿਦਵਾਨ ਗੁਰਮੁਖ ਪਿਆਰੇ ਇਹ ਦੱਸਦੇ ਆ ਕਿ ਜਪਜੀ ਸਾਹਿਬ ਦਾ ਪਾਠ ਵੀ ਗੁਰੂ ਨਾਨਕ ਸਾਹਿਬ ਜੀ ਨੇ ਸਿੱਧਾਂ ਦੇ ਨਾਲ ਉਚਾਰਨ ਕਰਦਿਆਂ ਹੋਇਆਂ, ਵਾਹਿਗੁਰੂ ਸਿੱਧਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਉਚਾਰਨ ਕੀਤਾ ਹੈ। ਬਹੁਤ ਸਾਰੀਆਂ ਪੰਗਤੀਆਂ ਐਸੀਆਂ ਆਉਂਦੀਆਂ ਨੇ ਜਪਜੀ ਸਾਹਿਬ ਦੀਆਂ, ਜੋਗੀਆਂ ਦੇ ਸਵਾਲਾਂ ਦੇ ਜਵਾਬ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਵਿੱਚ ਦਿੱਤੇ ਜੀ। ਮੈਂ ਇੱਕ ਪੌੜੀ ਬੇਨਤੀ ਕਰ ਦਿੰਦਾ, ਜਿਹਨੂੰ ਆਪਾਂ ਕਹਿੰਦੇ ਆ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰਹਿ ਵਿਭੂਤ।
ਜੋਗੀ ਲੋਕ ਗੁਰਮੁਖੋ ਆਪਣੇ ਕੰਨ ਵਿੱਚ ਮੁੰਦਰਾ ਪਾਉਂਦੇ ਸੀਗੇ, ਆਪਣੇ ਕੋਲ ਝੋਲੀ ਰੱਖਦੇ ਹੁੰਦੇ ਸੀਗੇ, ਆਪਣੇ ਸਰੀਰ ਉੱਤੇ ਸਵਾਹ ਮਲਦੇ ਸੀਗੇ। ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ ਅਸਲ ਜੋਗ ਕੀ ਹੈ। ਮੁੰਦਾ ਸੰਤੋਖ, ਸ਼ਰਮ ਪਤ ਝੋਲੀ, ਧਿਆਨ ਕੀ ਕਰਹਿ ਬੇਭੂਤ ਸਿਖਾ। ਤੇਰਾ ਧਿਆਨ ਵਾਹਿਗੁਰੂ ਜੀ ਦੇ ਨਾਲ ਜੁੜੇ। ਜਿਸ ਦਿਨ ਤੇਰਾ ਧਿਆਨ ਵਾਹਿਗੁਰੂ ਨਾਲ ਜੁੜਨ ਲੱਗ ਪਿਆ, ਸਮਝੀ ਤੇਰੇ ਸਰੀਰ ਤੇ ਇੱਕ ਵਿਭੂਤੀ ਲੱਗਣ ਲੱਗ ਪਈ, ਜਿਹੜੀ ਜੋਗੀ ਲੋਕ ਲਾਉਂਦੇ ਆ। ਉਹ ਲਾਗੇ ਕੋਲ ਖਿੰਥਾ ਰੱਖਦੇ ਸੀਗੇ, ਹੱਥ 'ਚ ਡੰਡਾ ਰੱਖਦੇ ਸੀਗੇ। ਇੱਕ ਜੁਗਤ ਮਰਿਆਦਾ ਸੀ ਉਹਨਾਂ ਦੀ। ਮਹਾਰਾਜ ਨੇ ਉਹਨਾਂ ਨੂੰ ਉਹ ਉੱਤਰ ਦਿੱਤੇ, ਖਿੰਥਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਮਹਾਰਾਜ ਨੇ ਇਸ ਤਰ੍ਹਾਂ ਸਮਤ ਦੇਣ ਵਾਸਤੇ, ਸਵਾਲਾਂ ਦਾ ਜਵਾਬ ਦੇਣ ਵਾਸਤੇ ਸਤਿਗੁਰੂ ਜੀ ਆਪ ਬਾਣੀ ਨੂੰ ਉਚਾਰਨ ਕਰਦੇ ਹਨ। ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪ੍ਰਸਿੱਧ ਹੋਈ ਜੀ। ਜਿਹੜਾ ਆਪਾਂ ਪੰਕਤੀ ਪੜ੍ਹਦੇ ਆ ਨਾ, ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਬਾਤ। ਗੁਰਮੁਖੋ ਇਸ ਪੰਕਤੀ ਨੇ ਗੁਰੂ ਨਾਨਕ ਸਾਹਿਬ ਸਰੀਰ ਕਰਕੇ ਹੈ ਇਹ ਪੰਕਤੀ ਬਹੁਤ ਪ੍ਰਸਿੱਧ ਹੋਈ ਜੀ। ਕਾਰਨ ਇਸਲਾਮ ਮਤ ਵਾਲੇ ਕਹਿੰਦੇ ਸੀ 7 ਪਤਾਲ 7 ਆਗਾਸ, ਪਰ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਪਾਤਾਲਾ ਪਾਤਾਲ ਲੱਖ, ਆਗਾਸਾ ਆਗਾਸ। ਸਤਿਗੁਰੂ ਨੇ ਕੱਲੀ ਬਾਣੀ ਉਚਾਰਨ ਨਹੀਂ ਕੀਤੀ। ਚੇਤਾ ਰੱਖਿਓ, ਕਈ ਵਾਰੀ ਬੰਦਾ ਬਾਣੀ ਉਚਾਰ ਲੈਂਦਾ, ਗੱਲ ਕਹਿ ਲੈਂਦਾ, ਪਰ ਉਹ ਗੱਲ ਸਿੱਧ ਨਹੀਂ ਤੇ ਕਰ ਸਕਦਾ। ਜੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਤੇ ਗੁਰੂ ਨਾਨਕ ਸਾਹਿਬ ਜੀ ਨੇ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਸਾਧ ਸੰਗਤ ਜੀ ਵਿਖਾ ਵੀ ਦਿੱਤੇ ਸੀਗੇ ਜੀ। ਕਿਉਂਕਿ ਬਾਣੀ ਪੂਰਨ ਹੈ। ਔਰ ਇਹਨੂੰ ਇਹ ਨਾ ਸਮਝੀਏ ਕਿ ਇਹ ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਬੋਲਦੀ ਹੈ, ਮਹਾਰਾਜ ਆਪਣੀ ਗੱਲਬਾਤ ਸੁਣਾਉਂਦੇ ਆ। ਨਹੀਂ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ, ਬਖਸ਼ਿਸ਼ ਕਰਦੇ ਆ। ਮਹਾਰਾਜ ਕਹਿੰਦੇ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣਹੁ ਗੁਰ ਸਿੱਖਹੁ, ਹਰ ਕਰਤਾ ਆਪ ਮੋਹੋਂ ਕਢਾਏ। ਕਹਿੰਦੇ ਇਹ ਅਸੀਂ ਨਹੀਂ ਬੋਲਦੇ, ਆਪਾਂ ਨਹੀਂ ਬੋਲਦੇ। ਕਹਿੰਦੇ ਇਹ ਕਰਤਾ ਪੁਰਖ ਹਰੀ ਵਾਹਿਗੁਰੂ ਆਪ ਕਿਰਪਾ ਕਰਕੇ ਮੁਖ ਤੋਂ ਜੋ ਕਢਾਉਂਦੇ ਆ ਉਹ ਅਸੀਂ ਬੋਲਦੇ ਹਾਂ। ਗੁਰਮੁਖੋ ਇਹਦੇ ਉੱਤੇ ਇੱਕ ਪ੍ਰਮਾਣ ਨਹੀਂ, ਬਹੁਤ ਸਾਰੇ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਨੇ। ਹਾਂ ਆਪਹੁ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਮਹਾਰਾਜ ਕਹਿੰਦੇ ਮੈਂ ਆਪਣਾ ਕੋਈ ਬੋਲ ਨਹੀਂ ਜਾਣਦਾ। ਹੋਰ ਵੀ ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੋਲੇ। ਗੁਰੂ ਨਾਨਕ ਸਾਹਿਬ ਨੇ ਬਾਣੀ ਉਚਾਰੀ, ਸੱਚੇ ਪਾਤਸ਼ਾਹ ਜੀ ਦੀ ਬਾਣੀ ਗੁਰਸਿੱਖ ਲਿਖਦੇ ਗਏ ਜੀ। ਉਹ ਬਾਣੀ ਦੀਆਂ ਪੋਥੀਆਂ ਦੁਨੀਆ ਦਾ ਭਲਾ ਕਰਨ ਵਾਸਤੇ, ਜੀਵਾਂ ਦਾ ਭਲਾ ਕਰਨ ਵਾਸਤੇ ਬਾਣੀ ਦੀਆਂ ਪੋਥੀਆਂ ਗੁਰੂ ਅੰਗਦ ਸਾਹਿਬ ਜੀ ਨੂੰ ਦਿੱਤੀਆਂ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ 63 ਸ਼ਲੋਕ ਉਚਾਰਨ ਕੀਤੇ ਜੀ। ਜਿਹੜੇ ਗੁਰੂ ਅੰਗਦ ਸਾਹਿਬ ਜੀ ਦੇ ਸ਼ਲੋਕ ਨੇ ਨਾ, ਉਹ ਬੜੀ ਸਾਧ ਸੰਗਤ ਜੀ ਸਿੱਧੀ ਬੋਲੀ ਵਿੱਚ ਨੇ। ਮੰਤਰੀ ਹੋਏ ਅਠੂਹਿਆਂ, ਨਾਗੀ ਲੱਗਿਆ ਜਾਏ। ਸਤਿਗੁਰੂ ਜੀ ਨੇ ਬਾਣੀ ਉਚਾਰਨ ਕੀਤੀ, ਲੋਕ ਪੜ੍ਹਦੇ ਆ, ਸਿੱਖਿਆ ਪ੍ਰਾਪਤ ਕਰਦੇ ਆ। ਇਹ ਬਾਣੀ ਦੀ ਕਰਾਮਾਤ ਸੀ ਕਿ ਜਿਹੜਾ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਆਉਣ ਲਈ ਪ੍ਰੇਰਿਤ ਹੋਏ ਜੀ। ਰਾਏ ਜੋਧ
ਭਾਈ ਜੋਧ ਸਚਿਆਰ ਵੀ ਕਹਿੰਦੇ। ਉਹਨਾਂ ਨੇ ਬਾਣੀ ਸੁਣਾਈ ਸੀ ਗੁਰੂ ਅੰਗਦ ਸਾਹਿਬ ਜੀ ਨੂੰ, ਉਹਨਾਂ ਦਾ ਮਨ ਸ਼ਾਂਤ ਹੋ ਗਿਆ ਸੀ। ਸਾਧ ਸੰਗਤ ਜੀ, ਗੁਰੂ ਅਮਰਦਾਸ ਸਾਹਿਬ ਗੁਰੂ ਘਰ ਵਿੱਚ ਆਏ ਆ, ਕੀ ਸੁਣ ਕੇ ਆਏ ਆ? ਗੁਰਮੁਖੋ ਵੀ ਬਾਣੀ ਸੁਣ ਕੇ ਆਏ ਸੀਗੇ। ਬੇਬੀ ਅਮਰੋ ਜੀ, ਗੁਰੂ ਅੰਗਦ ਸਾਹਿਬ ਜੀ ਦੀ ਬੱਚੀ, ਉਹ ਅੰਮ੍ਰਿਤ ਵੇਲੇ ਨਾਲੇ ਤੇ ਸਾਧ ਸੰਗਤ ਜੀ ਉਹ ਮਧਾਣੀ ਫੇਰਦੇ ਆ, ਚਲਾਉਂਦੇ ਆ, ਤੇ ਮਧਾਣੀ ਦੇ ਨਾਲ ਨਾਲ ਆਪਣੀ ਰਸਨਾ ਤੋਂ, ਆਪਣੀ ਜੀਭ ਤੋਂ ਅੰਮ੍ਰਿਤ ਗੁਰਬਾਣੀ ਦਾ ਪਾਠ ਕਰ ਰਹੇ ਹੈ। ਭਇਆ ਮਨੂਰ ਕੰਚਨ ਫਿਰ ਹੋਵੈ, ਜੇ ਗੁਰ ਮਿਲੈ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ, ਤਉ ਨਾਨਕ ਤ੍ਰਿਸ਼ਟ ਸਦੇਹਾ। ਮਹਾਰਾਜ ਉਹ ਬਾਣੀ ਸੁਣਦੇ ਗੁਰੂ ਅਮਰਦਾਸ ਜੀ, ਬਾਣੀ ਸੁਣਦਿਆਂ ਹਿਰਦਾ ਠੰਡਾ ਹੋਇਆ ਤੇ ਆਪਣੀ ਨਹੁੰ ਰਾਣੀ ਨੂੰ, ਧੀ ਰਾਣੀ ਨੂੰ ਕਿਹਾ ਸੀ, ਬੇਟਾ ਇਹ ਕਿਹਦੀ ਬਾਣੀ ਪੜ੍ਹ ਰਹੀ ਹੈ? ਉਹਨਾਂ ਕਿਹਾ, ਜੀ ਮੈਂ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹ ਰਹੀ ਹਾਂ। ਧੀਏ ਉਹ ਕਿੱਥੇ ਨੇ? ਪਿਤਾ ਜੀ ਉਹ ਤਾਂ ਸਰੀਰ ਤਿਆਗ ਗਏ, ਉਹਨਾਂ ਦੀ ਗੱਦੀ ਤੇ ਮੇਰੇ ਪਿਤਾ ਬੈਠੇ ਆ, ਛੇਤੀ ਕਰ ਮੈਨੂੰ ਲੈ ਕੇ ਚੱਲ। ਗੁਰੂ ਅੰਗਦ ਸਾਹਿਬ ਬਾਣੀ ਸੁਣ ਕੇ ਸਤਿਗੁਰੂ ਜੀ ਦੇ ਚਰਨਾਂ ਚ ਆਏ। ਗੁਰੂ ਅਮਰਦਾਸ ਸਾਹਿਬ ਬਾਣੀ ਸੁਣ ਕੇ ਸਤਿਗੁਰੂ ਜੀ ਦੇ ਚਰਨਾਂ ਚ ਆਏ। ਔਰ ਤੁਸੀਂ ਦੇਖੋ ਬਾਣੀ ਦੀ ਕਿੰਨੀ ਵੱਡੀ ਕਰਾਮਾਤ ਕੇਵਲ ਉਦੋਂ ਨਹੀਂ ਸੀ ਵਰਤਦੀ। ਗੁਰਮੁਖੋ ਬਾਣੀ ਦੀ ਕਰਾਮਾਤ, ਬਾਣੀ ਦੀ ਬਖਸ਼ਿਸ਼ ਅੱਜ ਵੀ ਵਰਤ ਰਹੀ ਹੈ। ਤੇ ਚੇਤਾ ਰੱਖਿਓ, ਜੁਗਾਂ ਜੁਗਾਂ ਤੱਕ, ਜਿੰਨਾ ਚਿਰ ਤੱਕ ਇਹ ਧਰਤੀ ਹੈ, ਇਹ ਪਲੈਨਟ ਹੈ, ਉਹਨਾਂ ਚਿਰ ਤੱਕ ਬਾਣੀ ਦੀ ਕਿਰਪਾ, ਬਾਣੀ ਦੀ ਕਲਾ, ਬਾਣੀ ਦੀ ਬਖਸ਼ਿਸ਼ ਵਰਤਦੀ ਰਹਿਣੀ ਹੈ। ਬਾਣੀ ਦੀ ਬਖਸ਼ਿਸ਼ ਨਹੀਂ ਘਟਣੀ। ਮਹਾਰਾਜ ਗੁਰੂ ਅਮਰਦਾਸ ਸਾਹਿਬ ਬਾਣੀ ਸੁਣ ਕੇ ਆਏ ਜੀ। ਤੁਸੀਂ ਅੱਜ ਵੀ ਵੇਖਿਓ ਕਿਤੇ ਧਿਆਨ ਨਾਲ, ਕਈ ਮੁਸਲਮਾਨ ਵੀਰ ਇਹੋ ਜਿਹੇ ਆ, ਉਹ ਗੁਰੂ ਦੀ ਬਾਣੀ ਪੜ੍ਹਦੇ ਆ। ਇਹਦੇ ਚ ਕੋਈ, ਮੈਂ ਬੇਨਤੀ ਹੈ, ਕੋਈ ਧਰਮ ਦਾ ਬੰਦਾ ਫੀਲ ਨਾ ਕਰੇ, ਪਰ ਕੋਈ ਸਿੱਖ ਤੁਸੀਂ ਕਲਮਾ ਪੜ੍ਹਦਾ ਹੋਇਆ ਨਹੀਂ ਦੇਖੋਗੇ। ਪਰ ਬਹੁਤ ਸਾਰੇ ਮੁਸਲਮਾਨ ਵੀਰ ਬਾਣੀ ਦਾ ਪਾਠ ਕਰਦੇ ਹੋਏ ਤੁਸੀਂ ਦੇਖੋਗੇ ਜੀ। ਪਿੱਛੇ ਜਿਹਾ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਐਸੇ ਨੇ, ਮੁਸਲਮਾਨ ਵੀਰ ਬਾਣੀ ਪੜ੍ਹ ਰਹੇ ਆ। ਪਤਾ ਕਿਉਂ ਜੀ? ਕਿਉਂਕਿ ਬਾਣੀ ਨੇ ਇਹ ਨਹੀਂ ਵੇਖਣਾ ਇਹ ਹਿਰਦਾ ਸਿੱਖ ਦਾ, ਇਹ ਹਿਰਦਾ ਹਿੰਦੂ ਦਾ, ਇਹ ਹਿਰਦਾ ਮੁਸਲਮਾਨ ਦਾ, ਇਹ ਹਿਰਦਾ ਈਸਾਈ ਦਾ। ਨਹੀਂ ਗੁਰਮੁਖੋ, ਬਾਣੀ ਨੇ ਸਾਰਿਆਂ ਦੇ ਉੱਤੇ ਇੱਕ ਰਸ ਬਰਾਬਰ ਕਿਰਪਾ ਕਰਨੀ ਹੈ। ਹਾਂ, ਆਪੋ ਆਪਣਾ ਅਭਿਆਸ ਹੈ, ਕੌਣ ਕਿੰਨਾ ਅਭਿਆਸ ਕਰਦਾ। ਜਿਸ ਹਿਸਾਬ ਨਾਲ ਕੋਈ ਅਭਿਆਸ ਕਰੇਗਾ, ਗੁਰਬਾਣੀ ਉਸ ਹਿਸਾਬ ਨਾਲ ਉਹਦੇ ਤੇ ਕਿਰਪਾ ਕਰੇਗੀ। ਮੁਸਲਮਾਨ ਵੀਰ ਗੁਰੂ ਦੀ ਬਾਣੀ ਪੜ੍ਹਦੇ ਆ, ਬਹੁਤ ਸਾਰੇ ਹਿੰਦੂ ਵੀਰ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਪੜ੍ਹਦੇ ਆ ਜੀ। ਜਪਜੀ ਸਾਹਿਬ ਮੂਲ ਮੰਤਰ, ਜਿੰਨੇ ਲੋਕ ਜਾਗਰਤ ਨੇ ਨਾ, ਖਾਸ ਕਰਕੇ ਇੰਡੀਆ 'ਚ, ਹਿੰਦੁਸਤਾਨ 'ਚ, ਬਾਹਰਲੇ ਮੁਲਕਾਂ ਵਿੱਚ ਵੀ ਹੁਣ ਬੜਾ ਪ੍ਰਚਾਰ ਹੈ। ਜਿੰਨੇ ਲੋਕ ਜਾਗਰਤ ਨੇ, ਭਾਵੇਂ ਹਿੰਦੂ ਹੋਵੇ, ਭਾਵੇਂ ਮੁਸਲਮਾਨ ਹੋਵੇ, ਭਾਵੇਂ ਸਿੱਖ ਹੋਵੇ, ਬਾਣੀ ਦੀ ਇੰਨੀ ਵੱਡੀ ਕਿਰਪਾ ਹੈ। ਗੁਰਮੁਖੋ ਲਗਭਗ ਮੂਲ ਮੰਤਰ ਸਭ ਨੂੰ ਯਾਦ ਹੁੰਦਾ ਹੈ। ਤੁਸੀਂ ਮੁਸਲਮਾਨ ਨੂੰ ਪੁੱਛ ਲਓ, ਇੱਕ ਓੰਕਾਰ ਸਤਨਾਮ, ਉਹ ਅੱਗੋਂ ਆਪੇ ਬੋਲੇਗਾ, ਕਰਤਾ ਪੁਰਖ ਨਿਰਭਉ ਨਿਰਵੈਰ ਜੀ। ਕਿਉਂਕਿ ਬਾਣੀ ਸੁਖੈਨ ਸਾਰਿਆਂ ਦੇ ਹਿਰਦੇ ਤੇ ਵਸਦੀ ਹੈ। ਦੁਨੀਆ ਦਾ ਭਲਾ ਕਰਨ ਵਾਸਤੇ, ਧਰਤੀ ਨੂੰ ਪਾਪਾਂ ਤੋਂ ਮੁਕਤ ਕਰਨ ਵਾਸਤੇ ਸਾਹਿਬ ਸਤਿਗੁਰੂ ਗੁਰੂ ਰਾਮਦਾਸ ਜੀ ਆਪ ਬਾਣੀ ਉਚਾਰਨ ਕਰਦੇ ਹਨ। ਔਰ ਕੱਲੀ ਬਾਣੀ ਉਚਾਰਨ ਨਹੀਂ ਕੀਤੀ, ਗੁਰੂ ਰਾਮਦਾਸ ਜੀ ਬਾਣੀ ਦੀ ਮਹਿਮਾ ਕਰਦੇ ਹਨ। ਬਾਣੀ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ, ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਰਾਮਦਾਸ ਸਾਹਿਬ ਆਪ ਇਸ ਬਾਣੀ ਦੀ ਸਿਫਤ ਕਰਦੇ ਆ।
ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਮਾਂ ਆਇਆ। ਗੁਰਮੁਖੋ, ਬਾਣੀ ਵਿੱਚ ਰਲਾ ਸ਼ੁਰੂ ਹੋਇਆ ਜੀ। ਬਹੁਤ ਸਾਰੇ ਲੋਕ ਕੋਲੋਂ ਬਾਣੀ ਲਿਖ ਕੇ ਨਾ, ਆਪਣੇ ਬੋਲ ਲਿਖ ਕੇ ਤੇ ਹੇਠਾਂ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਮੋਹਰ ਲਾ ਦਿੰਦੇ ਸੀਗੇ, ਤੇ ਲੋਕ ਅਣਜਾਣ ਇਹ ਸੋਚਦੇ ਸੀ ਵੀ ਇਹ ਵੀ ਸ਼ਾਇਦ ਗੁਰੂ ਕੀ ਬਾਣੀ ਹੈ। ਚੇਤਾ ਰੱਖਿਓ, ਗੁਰੂ ਅਮਰਦਾਸ ਜੀ ਨੇ ਪੰਕਤੀ ਉਚਾਰੀ, ਰੋਜ਼ ਨਿਤਨੇਮ ਚ ਪੜ੍ਹਦੇ ਆ, ਉਦੋਂ ਵੀ ਲੋਕ ਇਹ ਕੰਮ ਕਰਦੇ ਸੀ। ਗੁਰੂ ਅਮਰਦਾਸ ਸਾਹਿਬ ਵੇਲੇ ਵੀ ਸਤਿਗੁਰੂ ਜੀ ਨੂੰ ਕਹਿਣਾ ਪਿਆ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ, ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਮਹਾਰਾਜ ਨੇ ਆਪ ਉਚਾਰਨ ਕੀਤਾ ਜੀ। ਸਮਾਂ ਆਇਆ ਗੁਰੂ ਅਰਜਨ ਸਾਹਿਬ ਜੀ ਦਾ, ਸਾਹਿਬ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦਾ ਆਗਮਨ ਇਸ ਕਾਰਜ ਵਾਸਤੇ ਹੋਇਆ ਜੀ। ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੇ ਬਚਪਨ ਵਿੱਚ ਹੀ ਗੁਰੂ ਅਮਰਦਾਸ ਸਾਹਿਬ ਸਤਿਗੁਰੂ ਜੀ ਨੇ ਬਚਨ ਕਰਤਾ ਸੀ, ਦੋਹੇ ਥਾ ਬਾਣੀ ਕਾ ਬੋਹਿ ਥਾ। ਮਹਾਰਾਜ ਨੇ ਵਿਚਾਰ ਕੀਤੀ, ਲੋਕ ਭਟਕ ਰਹੇ ਹੈ, ਗੁਰੂ ਕੀ ਬਾਣੀ ਪੜ੍ਹਨੀ ਹੈ ਪਰ ਅਧੂਰਿਆਂ ਲੋਕਾਂ ਦੀਆਂ ਗੱਲਾਂ ਪੜ੍ਹ ਰਹੇ ਹੈ। ਸਤਿਗੁਰ ਕੀ ਰੀਸ ਹੈ, ਹੋਰ ਕੱਚ ਪਿੱਚ ਬੋਲਦੇ। ਬਾਣੀ ਦਾ ਬਚਨ ਹੈ। ਗੁਰੂ ਸਾਹਿਬ ਦੀ ਰੀਸ ਕਰਕੇ ਲੋਕ ਕੱਚ ਪਿੱਚ ਬੋਲਣ ਲੱਗ ਪਏ ਸੀ, ਆਪਣੀਆਂ ਗੱਲਾਂ ਰਲਾਉਣ ਲੱਗ ਪਏ ਸੀ। ਅੱਜ ਤੱਕ ਇੱਕ ਗੱਲ ਗੁਰੂ ਘਰ ਵਿੱਚ ਹਰ ਸਿੱਖ ਨੂੰ ਯਾਦ ਹੈ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਪਰ ਗੁਰਮੁਖੋ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਹੀਂ ਹੈ। ਯਾਦ ਹੈ ਨਾ? ਇਸ ਤਰ੍ਹਾਂ ਦੀਆਂ ਕਈ ਪੰਕਤੀਆਂ ਨੇ ਜਿਹੜੀਆਂ ਲੋਕਾਂ ਦੇ ਜ਼ਿਹਨ ਵਿੱਚ ਵਸ ਗਈਆਂ ਸੀ। ਚੇਤਾ ਰੱਖਿਓ, ਗੁਰਬਾਣੀ ਨੇ ਅੰਤਸ਼ਕਰਨ ਸ਼ੁੱਧ ਕਰਨਾ, ਗੁਰਬਾਣੀ ਨੇ ਭਲਾ ਕਰਨਾ। ਸਾਹਿਬ ਗੁਰੂ ਅਰਜਨ ਸਾਹਿਬ ਜੀ ਨੇ ਵਿਚਾਰ ਕੀਤੀ, ਕਿਉਂ ਨਾ ਬਾਣੀ ਦਾ ਇੱਕ ਗ੍ਰੰਥ ਸਾਹਿਬ ਤਿਆਰ ਕੀਤਾ ਜਾਵੇ। ਆਪ ਗੁਰੂ ਅਰਜਨ ਸਾਹਿਬ ਨੇ ਹੁਕਮਨਾਮੇ ਲਿਖੇ। ਹੁਕਮਨਾਮਿਆਂ 'ਚ ਇਹ ਬੋਲ ਲਿਖੇ ਵੀ ਜਿਸ ਜਿਸ ਕੋਲ ਵੱਡੇ ਸਤਿਗੁਰਾਂ ਦੀ ਬਾਣੀ ਲਿਖੀ ਪਈ ਹੈ, ਉਹ ਸਾਡੇ ਤੱਕ ਪੁੱਜਦੀ ਕਰੇ। ਬਹੁਤ ਸਾਰੇ ਲੋਕ ਜਿਨ੍ਹਾਂ ਦੇ ਖਾਨਦਾਨ ਵਿੱਚ ਬਾਣੀ ਲਿਖੀ ਪਈ ਸੀ, ਉਹ ਬਾਣੀ ਅੰਮ੍ਰਿਤਸਰ ਲੈ ਕੇ ਆਏ। ਜਿਵੇਂ ਸਾਧ ਸੰਗਤ ਦੀ ਸਹਿਸਕ੍ਰਿਤੀ ਹੈ, ਸਹਿਸਕ੍ਰਿਤੀ ਦੇ ਪਹਿਲੇ 4 ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਆ, ਤੇ ਉਹ ਸ਼ਲੋਕ ਸਾਧ ਸੰਗਤ ਜੀ ਕਾਸ਼ੀ ਚੋਂ 2 ਪੰਡਤ ਗੁਰੂ ਅਰਜਨ ਸਾਹਿਬ ਜੀ ਨੂੰ ਦੇ ਕੇ ਗਏ ਸੀਗੇ ਜੀ। ਉਹ ਸਹਿਸਕ੍ਰਿਤੀ ਦੇ ਸ਼ਲੋਕ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਸਿੱਖਾਂ ਨਾਲ ਵਿਚਾਰ ਕੀਤੀ, ਬਾਣੀ ਦਾ ਗ੍ਰੰਥ ਤਿਆਰ ਕਰਨਾ, ਸਾਰੀ ਬਾਣੀ ਚਾਹੀਦੀ ਹੈ। ਤੇ ਉਸ ਸਮੇਂ ਵਿਚਾਰ ਕੀਤੀ ਜੀ, 3 ਸਤਿਗੁਰਾਂ ਦੀ ਬਾਣੀ, ਧੰਨ ਗੁਰੂ ਨਾਨਕ ਸਾਹਿਬ ਜੀ ਦੀ, ਧੰਨ ਗੁਰੂ ਅੰਗਦ ਸਾਹਿਬ ਜੀ ਦੀ, ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਬਾਣੀ, ਇਹ ਤੇ ਗੋਇੰਦਵਾਲ ਸਾਹਿਬ ਪਈ ਹੈ। ਕਿਹਦੇ ਕੋਲ ਹੈ? ਕਹਿੰਦੇ ਜੀ ਬਾਬਾ ਮੋਹਨ ਜੀ ਦੇ ਕੋਲ ਪੋਥੀਆਂ ਨੇ। ਅਜੇ ਮਹਾਰਾਜ ਬਚਨ ਕਰਨ ਦੇ ਆ, ਸਤਿਗੁਰੂ ਨੇ ਨਹੀਂ ਕਿਹਾ, ਪਰ ਭਾਈ ਗੁਰਦਾਸ ਜੀ ਕਹਿੰਦੇ ਮਹਾਰਾਜ ਮੈਂ ਪੋਥੀਆਂ ਲੈ ਕੇ ਆਵਾਂ, ਅੰਦਰ ਚਾਓ ਸੀ ਵੀ ਭਲਾ ਹੋਵੇ। ਬਾਬਾ ਮੋਹਨ ਜੀ ਦੀ ਸਮਾਧੀ ਲੱਗੀ, ਭਾਈ ਗੁਰਦਾਸ ਜੀ ਆਵਾਜ਼ਾਂ ਦੇ ਦੇ ਕੇ ਆ ਗਏ, ਸਮਾਧੀ ਨਹੀਂ ਖੁੱਲੀ। ਬਾਬਾ ਬੁੱਢਾ ਸਾਹਿਬ ਉਹ ਬੋਲ ਪਏ ਆਪੇ, ਮਹਾਰਾਜ ਮੈਂ ਜਾਵਾਂ। ਮਹਾਰਾਜ ਕੋਈ ਬਚਨ ਨਹੀਂ ਕੀਤਾ, ਮੁਸਕਰਾ ਪਏ। ਬਾਬਾ ਬੁੱਢਾ ਸਾਹਿਬ ਚਲੇ ਗਏ। ਬਾਬਾ ਬੁੱਢਾ ਸਾਹਿਬ ਜੀ ਨੇ ਜਿੱਥੇ ਬਾਬਾ ਮੋਹਨ ਜੀ ਸਮਾਧੀ 'ਚ ਬੈਠੇ ਸੀ, ਦਰਵਾਜ਼ਾ ਪੁੱਟਤਾ ਸੀ ਚਗਾਠ ਸਮੇਤ, ਜਾ ਕੇ ਬਾਬਾ ਮੋਹਨ ਜੀ ਨੂੰ ਹਿਲਾਇਆ, ਪਰ ਉਹਨਾਂ ਦੀ ਸਮਾਧੀ ਨਹੀਂ ਸੀ ਖੁੱਲੀ। ਸਾਧ ਸੰਗਤ ਵਾਪਸ ਆ ਗਏ। ਗੁਰੂ ਅਰਜਨ ਦੇਵ ਜੀ ਆਪ ਗੋਇੰਦਵਾਲ ਸਾਹਿਬ ਗਏ ਜੀ।
ਜਦੋਂ ਗੋਇੰਦਵਾਲ ਸਾਹਿਬ ਗਏ, ਗੁਰੂ ਅਮਰਦਾਸ ਸਾਹਿਬ ਜੀ ਦੇ ਅਸਥਾਨ ਦੇ ਦਰਸ਼ਨ ਕੀਤੇ। ਬਾਬਾ ਮੋਹਨ ਜੀ ਚੁਬਾਰੇ 'ਚ ਬੈਠੇ ਸਮਾਧੀ ਵਿੱਚ ਲੀਨ ਸਨ। ਇੰਨੀ ਨਿਮਰਤਾ ਗੁਰੂ ਅਰਜਨ ਸਾਹਿਬ ਜੀ ਦੇ ਵਿੱਚ। ਸਤਿਗੁਰੂ ਆਪ ਗਲੀ ਦੇ ਵਿੱਚ ਕੋਈ ਚਾਦਰ ਦਰੀ ਨਹੀਂ ਵਿਛਾਈ, ਗੁਰੂ ਅਰਜਨ ਦੇਵ ਜੀ ਆਪ ਭੁੰਜੇ ਜਾ ਕੇ ਬੈਠ ਗਏ ਜੀ। ਸਾਜ ਫੜਿਆ, ਸਾਰਿਆਂ ਦੇ ਮਨ ਨੂੰ ਮੋਹ ਲੈਣ ਵਾਲੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਨੂੰ ਮੁਖਾਤਬ ਹੋ ਕੇ ਸਤਿਗੁਰੂ ਆਪ ਕੀਰਤਨ ਕਰਦੇ ਆ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਉਹ ਸਤਿਗੁਰੂ ਜੀ ਦੀ ਆਵਾਜ਼ ਬਾਬਾ ਮੋਹਨ ਜੀ ਦੇ ਕੰਨਾਂ ਵਿੱਚ ਪਈ ਜੀ। ਉਸੇ ਵੇਲੇ ਸਮਾਧੀ ਖੁੱਲੀ। ਸਾਧ ਸੰਗਤ ਜੀ ਚੁਬਾਰੇ ਚੋਂ ਉਤਰੇ, ਸਤਿਗੁਰੂ ਜੀ ਦੇ ਸਾਹਮਣੇ ਆ ਕੇ ਬੈਠ ਗਏ। ਸਾਰਾ ਸ਼ਬਦ ਸੰਪੂਰਨ ਹੋਇਆ। ਰਿਸ਼ਤੇਦਾਰੀ ਸੁਣਿਓ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਕੇ ਮਾਮਾ ਨੇ ਬਾਬਾ ਮੋਹਨ ਜੀ, ਸਕੇ ਮਾਮਾ ਜੀ, ਬਾਬਾ ਮੋਹਨ ਜੀ ਸਕੇ ਮਾਮਾ ਜੀ ਨੇ ਹੱਥ ਜੋੜ ਕੇ ਗੁਰੂ ਅਰਜਨ ਸਾਹਿਬ ਜੀ ਨੂੰ ਕਹਿਣ ਲੱਗੇ, ਮਹਾਰਾਜ ਮੈਂ ਤੁਹਾਡੇ ਚਰਨਾਂ ਤੇ ਸਿਰ ਰੱਖ ਸਕਦਾ? ਸਤਿਗੁਰੂ ਕਹਿਣ ਲੱਗੇ, ਤੁਸੀਂ ਸਾਡੇ ਮਾਮਾ ਜੀ ਹੋ ਔਰ ਸਾਡੇ ਵੱਡੇ ਮਾਮਾ ਜੀ ਹੋ। ਤੁਸੀਂ ਬੇ ਨਮਸਕਾਰ ਤਾਂ ਅਸੀਂ ਕਰਨੀ ਹੈ ਤੁਹਾਨੂੰ, ਤੁਸੀਂ ਵੱਡੇ ਹੋ। ਜਦੋਂ ਆਹ ਬਚਨ ਕੀਤਾ ਤੇ ਬਾਬਾ ਮੋਹਨ ਜੀ ਨੇ ਕਿਹਾ, ਮਹਾਰਾਜ ਮੇਰੇ ਕੋਲ ਪਹਿਲਾਂ ਗਲਤੀ ਹੋ ਚੁੱਕੀ ਹੈ। ਮਹਾਰਾਜ ਕਹਿਣ ਲੱਗੇ ਕਿ ਕਹਿੰਦੇ ਜਦੋਂ ਆਪ ਜੀ ਦੇ ਪਿਤਾ ਗੁਰਤਾ ਗੱਦੀ ਉੱਤੇ ਬੈਠੇ ਨਾ, ਆਪ ਜੀ ਦੇ ਪਿਤਾ ਗੁਰਤਾ ਗੱਦੀ ਉੱਤੇ ਬੈਠੇ ਤੇ ਮੈਂ ਉਹਨਾਂ ਦੇ ਚਰਨਾਂ 'ਚ ਸਿਰ ਨਹੀਂ ਸੀ ਰੱਖਿਆ ਅੰਦਰ ਦੀ ਹਉਮੈ ਕਰਕੇ। ਤੇ ਮੇਰੇ ਪਿਤਾ ਜੀ ਨੇ ਕਿਹਾ ਸੀ ਵੀ ਹੁਣ ਸਮਾਂ ਆਏਗਾ, ਇਹਨਾਂ ਦਾ ਪੁੱਤਰ ਗੁਰਤਾ ਗੱਦੀ ਉੱਤੇ ਬੈਠੇਗਾ, ਉਹਨਾਂ ਦੇ ਚਰਨਾਂ 'ਚ ਸਿਰ ਰੱਖੀ, ਤੇਰਾ ਹਿਰਦਾ ਸ਼ਾਂਤ ਹੋ ਜਾਏਗਾ। ਹੁਣ ਇੱਥੇ ਇੱਕ ਨੁਕਤਾ ਹੈ, ਕਹਿੰਦੇ ਉਹਨਾਂ ਦੇ ਕੰਠ 'ਚ ਨਾਮ ਚੱਲਦਾ ਸੀ, ਰਸਨਾ ਦਾ ਨਾਮ, ਅਭਿਆਸ ਬਹੁਤ ਹੋ ਚੁੱਕਾ ਸੀ, ਉਹਨਾਂ ਦੇ ਗਲੇ 'ਚ ਨਾਮ ਚੱਲਦਾ ਸੀ। ਇੰਨਾ ਨਾਮ ਜਪਣ ਦੇ ਨਾਲ ਵੀ ਅਜੇ ਸ਼ਾਂਤੀ ਨਹੀਂ ਸੀ ਆਈ। ਜਦੋਂ ਨੀਵੇਂ ਹੋ ਕੇ ਗੁਰੂ ਅਰਜਨ ਸਾਹਿਬ ਜੀ ਨੂੰ ਮੱਥਾ ਟੇਕਿਆ ਤੇ ਆਪ ਉਹਨਾਂ ਦੇ ਹਿਰਦੇ 'ਚ ਉਦੋਂ ਸ਼ਾਂਤੀ ਆਈ ਜੀ। ਬਾਣੀ ਦੀਆਂ ਪੋਥੀਆਂ ਦਿੱਤੀਆਂ, ਕਹਿੰਦੇ ਮਹਾਰਾਜ ਮੈਂ ਸਿੱਖਾਂ ਨੂੰ ਤਾਂ ਨਹੀਂ ਸੀ ਦਿੰਦਾ ਕਿਉਂਕਿ ਆਪ ਜੀ ਦੇ ਦਰਸ਼ਨ ਕਰਨੇ ਸੀ। ਬਾਣੀ ਦੀਆਂ ਪੋਥੀਆਂ ਦਿੱਤੀਆਂ। ਹੁਣ ਇੱਥੇ ਇੱਕ ਗੱਲ ਆਪਾਂ ਨੁਕਤਾ ਚੇਤਾ ਰੱਖਿਓ, ਆਪਾਂ ਜਿੰਨੇ ਬੈਠੇ ਆ ਸਾਡੇ ਘਰ ਬਾਣੀ ਦੀ ਪੋਥੀ ਹੈ, ਗੁਟਕਾ ਸਾਹਿਬ ਹੈਗੇ ਹੀ ਆ, ਸਾਰੇ ਗੁਰੂ ਦੇ ਸਿੱਖ, ਪਰ ਆਪਾਂ ਆਪਣੇ ਘਰ 'ਚ ਗੁਟਕਾ ਸਾਹਿਬ ਲੈ ਕੇ ਕਿਵੇਂ ਆਏ ਸਾਂ? ਉਹ ਵੀ ਤਾਂ ਗੁਰਬਾਣੀ ਦੀ ਪੋਥੀ ਹੈ ਨਾ। ਗੁਰਮੁਖੋ, ਜਿੰਨਾ ਸਤਿਕਾਰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਾਣੀ ਦੀਆਂ ਪੋਥੀਆਂ ਦਾ ਹੀ ਕੀਤਾ, ਉਹਨਾਂ ਅਸੀਂ ਨਹੀਂ ਕਰ ਸਕਦੇ ਜੀ। ਪਾਲਕੀ 'ਚ ਰੱਖੀਆਂ ਮਹਾਰਾਜ ਨੇ ਪੋਥੀਆਂ। ਨੰਗੇ ਚਰਨ ਸਤਿਗੁਰੂ ਗੋਇੰਦਵਾਲ ਸਾਹਿਬ ਤੋਂ ਚੱਲ ਕੇ ਅੰਮ੍ਰਿਤਸਰ ਆਏ ਸੀਗੇ। ਆਪ ਚੌਰ ਸਾਹਿਬ ਕਰਦੇ ਹੋਏ ਆਏ ਸੀ, ਹੈ ਤਾਂ ਗੁਟਕੇ ਹੀ ਸੀਗੇ, ਉਹ ਵੀ ਪੋਥੀਆਂ ਹੀ ਸੀ। ਅਸੀਂ ਵੀ ਆਪਣੇ ਘਰ ਗੁਟਕਾ ਲੈ ਕੇ ਜਾਂਦੇ ਹਾਂ, ਆਪਣੇ ਘਰ ਪੋਥੀ ਲੈ ਕੇ ਜਾਂਦੇ ਹਾਂ। ਹੁਣ ਤਾਂ ਕੰਮ ਬਹੁਤ ਸੌਖਾ ਹੋ ਗਿਆ। ਚੰਗੇ ਚੰਗੇ ਧਾਰਮਿਕ ਬੰਦੇ ਵੀ ਕਹਿੰਦੇ ਆ ਵੀ ਸਾਡੀਆਂ ਪੋਥੀਆਂ ਤੁਸੀਂ ਨਾ ਟ੍ਰੇਨ 'ਚ ਰਖਾ ਦਿਓ, ਅਸੀਂ ਆਪੇ ਉੱਥੋਂ ਅੱਗੋਂ ਜਾ ਕੇ ਚੁੱਕ ਲਾਂਗੇ। ਹੁਣ ਆਪਾਂ ਵੇਖਣਾ ਤੇ ਆਪਣੇ ਸਤਿਗੁਰੂ ਜੀ ਵੱਲ ਹੈ ਜੀ। ਸਾਡੇ ਘਰਾਂ ਵਿੱਚ ਗੁਰਬਾਣੀ ਦੀਆਂ ਪੋਥੀਆਂ ਨੇ ਪਿਆਰਿਓ, ਪਰ ਪੋਥੀਆਂ ਦਾ ਸਤਿਕਾਰ ਕਿੰਨਾ ਕੁ ਕਰਦੇ ਆ?
ਮਾਫ ਕਰਿਓ। ਪੈਰਾਂ ਵਾਲੇ ਪਾਸੇ ਵੀ ਗੁਟਕਾ ਸਾਹਿਬ ਰੱਖੇ ਹੁੰਦੇ ਜੀ। ਕਈ ਘਰਾਂ ਵਿੱਚ ਪੋਥੀਆਂ ਨੇ, ਉਹਨਾਂ ਦੇ ਉੱਤੇ ਘੱਟਾ ਜੰਮ ਜਾਂਦਾ ਸਾਧ ਸੰਗਤ ਜੀ। ਮੇਰੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਗੁਰਬਾਣੀ ਦੀਆਂ ਪੋਥੀਆਂ ਦਾ ਕਿੰਨਾ ਸਤਿਕਾਰ ਕੀਤਾ। ਅਸੀਂ ਉਸੇ ਸਤਿਗੁਰੂ ਦੇ ਸਿੱਖ ਹਾਂ, ਪਰ ਉਹਨਾਂ ਸਤਿਕਾਰ ਨਹੀਂ ਕਰਦੇ। ਆਪ ਚੌਰ ਸਭ ਕਰਦੇ ਹੋਏ ਜੋੜਾ ਨਹੀਂ ਪਾਇਆ, ਨੰਗੇ ਪੈਰ ਪੋਥੀਆਂ ਲੈ ਕੇ ਸਤਿਗੁਰੂ ਅੰਮ੍ਰਿਤਸਰ ਪਹੁੰਚੇ ਜੀ। ਮਾੜਾ ਜਿਹਾ ਥੋੜਾ ਜਿਹਾ ਚੇਤਾ ਕਰੋ ਵੀ ਅਸੀਂ ਵੀ ਗੁਰੂ ਦੇ ਸਿੱਖ ਹਾਂ। ਸਾਡੇ ਘਰਾਂ 'ਚ ਵੀ ਗੁਟਕੇ ਨੇ, ਪੋਥੀਆਂ ਨੇ। ਅਸੀਂ ਜਦੋਂ ਆਪਣੇ ਘਰ 'ਚ ਲੈ ਕੇ ਆਏ ਸਾਂ, ਕਿਵੇਂ ਲੈ ਕੇ ਆਏ ਸਾਂ? ਸਮੇਂ ਨੇ ਹੇਰ ਫੇਰ ਕਰ ਦਿੱਤੀ। ਦੁਕਾਨਾਂ ਤੇ ਗੁਟਕੇ ਵਿਕਣੇ ਸ਼ੁਰੂ ਹੋਏ, ਪੋਥੀਆਂ ਵਿਕਣੀਆਂ ਸ਼ੁਰੂ ਹੋਈਆਂ। ਲਿਫਾਫੇ 'ਚ ਪੋਥੀ ਬੰਦ ਕਰਕੇ ਗੱਡੀ ਦੇ ਵਿੱਚ ਰੱਖ ਕੇ ਆਪਾਂ ਲੈ ਆਉਂਦੇ ਹਾਂ। ਮਹਾਰਾਜ ਅੰਮ੍ਰਿਤਸਰ ਜਦੋਂ ਆਏ, ਜਿੱਥੇ ਅੱਜ ਥੜਾ ਸਾਹਿਬ ਹੈ ਨਾ, ਹਰਿਮੰਦਰ ਸਾਹਿਬ, ਦੁੱਖ ਭੰਜਨੀ ਬੇਰੀ ਦੇ ਨਾਲ ਸੰਗਮਰਮਰ ਦੀ ਪਾਲਕੀ ਬਣੀ ਹੈ। ਇੱਥੇ ਥੜਾ ਸਾਹਿਬ ਅਸਥਾਨ ਹੈ। ਉੱਥੇ ਬੈਠ ਕੇ ਗੁਰੂ ਅਰਜਨ ਸਾਹਿਬ ਨੇ ਪੋਥੀ ਪ੍ਰਕਾਸ਼ ਕੀਤੀ ਜੀ। ਤੇ ਪੋਥੀ ਪ੍ਰਕਾਸ਼ ਕਰਕੇ ਸਤਿਗੁਰੂ ਨੇ ਆਪਣੀ ਰਸਨਾ ਤੋਂ ਸ਼ਬਦ ਉਚਾਰਿਆ ਸੀ, ਪੋਥੀ ਪਰਮੇਸ਼ਰ ਕਾ ਥਾਨ। ਮਹਾਰਾਜ ਨੇ ਉਦੋਂ ਸ਼ਬਦ ਉਚਾਰਿਆ ਜੀ। ਹੁਣ ਆਇਆ ਵੀ ਉਹ ਕਾਰਜ ਕਰੀਏ। ਬਾਬਾ ਬੁੱਢਾ ਜੀ, ਭਾਈ ਗੁਰਦਾਸ, ਸਾਰਿਆਂ ਦੀ ਡਿਊਟੀ ਲਾਈ ਵੀ ਅੱਜ ਸਾਰੀ ਰਾਤ ਪੋਥੀਆਂ ਦੇ ਲਾਗੇ ਅਖੰਡ ਕੀਰਤਨ ਕਰਨਾ। ਤੁਸੀਂ ਦਿਨ ਚੜਿਆ, ਮੇਰੇ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਆਪ ਤੁਰੇ ਰਮਣੀਕ ਅਸਥਾਨ ਵੇਖਣ ਵਾਸਤੇ, ਜਿੱਥੇ ਪੋਥੀਆਂ ਸਾਧ ਸੰਗਤ ਜੀ ਰੱਖੀਆਂ ਜਾਣ। ਵਾਹਿਗੁਰੂ, ਜਿੱਥੇ ਬਾਣੀ ਲਿਖੀ ਜਾਵੇ ਜੀ, ਬਿਲਕੁਲ ਰਮਣੀਕ ਅਸਥਾਨ ਲੱਭਣ ਵਾਸਤੇ ਆਪ ਤੁਰੇ। ਜਿੱਥੇ ਸੰਘਣੀਆਂ ਬੇਰੀਆਂ ਸਨ, ਹਰਿਆਵਲ ਸੀਗੀ ਰਾਮਸਰ ਸਾਹਿਬ ਦੇ ਲਾਗੇ। ਇਹ ਮਹਾਰਾਜ ਨੂੰ ਪਸੰਦ ਆਈ ਜਗ੍ਹਾ ਜੀ। 2 ਤੰਬੂ ਲੱਗੇ। ਇੱਕ ਤੰਬੂ ਵਿੱਚ ਸ਼ਾਹੀ ਕਲਮ ਇਹ ਤਿਆਰ ਹੋ ਕੇ ਰੱਖਿਆ ਜਾਂਦਾ ਸੀ। ਇੱਕ ਤੰਬੂ ਗੁਰੂ ਅਰਜਨ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦਾ ਆਪਣਾ ਹੁੰਦਾ ਸੀ। ਬਿਲਕੁਲ ਮਹਾਰਾਜ ਨੇ ਸੰਗਤ ਨੂੰ ਮਿਲਣਾ ਸੰਕੋਚ ਦਿੱਤਾ। ਬਾਬਾ ਬੁੱਢਾ ਸਾਹਿਬ ਜੀ ਨੂੰ ਬਚਨ ਕੀਤਾ, ਬਾਬਾ ਜੀ ਹੁਣ ਸੰਗਤਾਂ ਨੂੰ ਤੁਸੀਂ ਮਿਲੋ, ਅਸੀਂ ਬਾਣੀ ਦਾ ਜਹਾਜ਼ ਤਿਆਰ ਕਰ ਲਈਏ। ਬਾਣੀ ਦਾ ਜਹਾਜ਼ ਤਿਆਰ ਕਰਨ ਵਾਸਤੇ ਸਾਧ ਸੰਗਤ ਜੀ ਇਕਾਂਤ ਵਿੱਚ ਜਾ ਕੇ ਮਹਾਰਾਜ ਬੈਠੇ ਆ। ਤੇ ਉੱਥੇ ਫਿਰ ਪਹਿਲੇ ਦਿਨ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਜਦੋਂ ਉਚਾਰਨ ਕੀਤੀ, ਮਹਾਰਾਜ ਸਹਿਜੇ ਨਹੀਂ ਸੀ ਉਚਾਰਦੇ, ਇੱਕ ਰਸ ਉਚਾਰਦੇ ਸੀ। ਭਾਈ ਗੁਰਦਾਸ ਜੀ ਨੂੰ ਸਤਿਗੁਰੂ ਜੀ ਨੇ ਲਖਾਰੀ ਲਾਇਆ। ਸਾਧ ਸੰਗਤ ਜੀ ਅਗੰਮੀ ਕਲਮਾਂ ਹੀ ਚੱਲੀਆਂ ਜੀ ਉਦੋਂ ਦੀ, ਅਗੰਮੀ ਕਲਮਾਂ ਜੀ, ਕਿਉਂਕਿ ਇੰਨੀ ਸਪੀਡ ਦੇ ਨਾਲ ਕੋਈ ਲਿਖਾਰੀ ਲਿਖ ਨਹੀਂ ਸਕਦਾ। ਭਾਈ ਗੁਰਦਾਸ ਜੀ ਨੇ ਕਿਹਾ, ਮਹਾਰਾਜ ਆਪ ਜੀ ਦੀ ਬਾਣੀ ਹੈ, ਮਹਾਰਾਜ ਸਿਹਾਰੀਆਂ ਬਿਹਾਰੀਆਂ ਅੱਖਰ ਮਾਤਰਾਵਾਂ ਮੇਰੇ ਕੋਲੋਂ ਰਹਿ ਨਾ ਜਾਣ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਵਾਹਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ, ਭਾਈ ਗੁਰਦਾਸ ਜੀ ਗੁਰੂ ਨਾਨਕ ਦੇਵ ਸਾਹਿਬ ਸਤਿਗੁਰੂ ਜੀ ਦਾ ਕਾਰਜ ਹੈ, ਮਹਾਰਾਜ ਆਪੇ ਹੀ ਸੇਵਾ ਲੈਣਗੇ ਹਰ ਸਿੱਖ ਕੋਲੋਂ। ਜਿੰਨਾ ਚਿਰ ਤੱਕ ਸਿਰ ਤੇ ਹੱਥ ਰੱਖ ਕੇ ਮਹਾਰਾਜ ਸੇਵਾ ਨਹੀਂ ਨਾ ਲੈਂਦੇ ਗੁਰਮੁਖੋ, ਉਹਨਾਂ ਚਿਰ ਤੱਕ ਅੰਦਰ ਦੀ ਮੈਂ ਨੀਚੇ ਮਰਦੀ ਜੀ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਆਪ ਬਾਣੀ ਉਚਾਰਦੇ ਆ। ਵੱਡੇ ਸਤਿਗੁਰਾਂ ਦੀ ਬਾਣੀ ਉਚਾਰੀ। ਭਗਤ ਸਹਿਬਾਨ ਸਤਿਗੁਰੂ ਜੀ ਦੇ ਕੋਲ ਆਏ ਜੀ। ਹੁਣ ਮਹਾਰਾਜ ਇੱਕ ਤੰਬੂ 'ਚ ਬੈਠੇ ਆ, ਦੂਜੇ ਤੰਬੂ ਵਿੱਚ ਸਾਧ ਸੰਗਤ ਜੀ ਭਾਈ ਗੁਰਦਾਸ ਜੀ ਬੈਠ ਕੇ ਲਿਖਦੇ ਆ। ਉੱਚੀ ਬੋਲਦੇ ਸੱਚੇ ਪਾਤਸ਼ਾਹ, ਉੱਚੀ ਬੋਲਦੇ ਆ।
ਭਗਤਾਂ ਦੀ ਬਾਣੀ ਵੀ ਮਹਾਰਾਜ ਲਿਖਾ ਰਹੇ ਤੇ ਭਾਈ ਗੁਰਦਾਸ ਜੀ ਨੇ ਮਨ 'ਚ ਸ਼ੰਕਾ ਕੀਤਾ ਵੀ ਮਹਾਰਾਜ ਭਗਤਾਂ ਦੀ ਬਾਣੀ ਕਿਵੇਂ ਲਿਖਾ ਰਹੇ ਆ। ਕੋਈ 100 ਸਾਲ ਪਹਿਲਾਂ ਹੋਇਆ, ਕੋਈ 200 ਸਾਲ ਪਹਿਲਾਂ ਹੋਇਆ ਗੁਰੂ ਨਾਨਕ ਸਾਹਿਬ ਜੀ ਤੋਂ, ਕੋਈ ਗੁਰੂ ਨਾਨਕ ਸਾਹਿਬ ਜੀ ਦਾ ਸਮਕਾਲੀ ਹੋਇਆ। ਭਗਤਾਂ ਦੀ ਬਾਣੀ ਤਾਂ ਲਿਆਂਦੀ ਨਹੀਂ ਕਿਤੋਂ, ਮਹਾਰਾਜ ਕਿਵੇਂ ਲਿਖਾ ਰਹੇ ਆ। ਸਤਿਗੁਰੂ ਜੀ ਸ਼ੰਕਾ ਜਾਣ ਗਏ। ਸਾਹਿਬ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ, ਭਾਈ ਗੁਰਦਾਸ ਜੀ ਕੱਲ ਨੂੰ ਆਪਣੇ ਨਿਯਤ ਸਮੇਂ ਤੋਂ ਕੁਝ ਸਮਾਂ ਪਹਿਲਾਂ ਆ ਜਿਓ। ਭਾਈ ਗੁਰਦਾਸ ਜੀ ਨਿਯਤ ਸਮੇਂ ਤੋਂ ਪਹਿਲਾਂ ਆ ਗਏ। ਵੇਖਿਆ ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਤੰਬੂ ਲੱਗਾ ਨਾ, ਗੁਰਮੁਖੋ ਉੱਥੇ ਚਿੱਟੇ ਕੱਪੜੇ, ਦਗ ਦਗ ਕਰਦੇ ਹੋਏ ਚਿਹਰੇ, ਬਜ਼ੁਰਗ ਚਿਹਰੇ, ਸੋਹਣੀਆਂ ਦਸਤਾਰਾਂ ਚਿੱਟੀਆਂ, ਕਿੰਨੇ ਭਗਤ ਜਨ ਆ ਕੇ ਬੈਠੇ ਹੈ। ਭਾਈ ਗੁਰਦਾਸ ਜੀ ਵੇਖ ਕੇ ਹੈਰਾਨ ਹੋਏ, ਸਾਹਿਬ ਜੀ ਨੂੰ ਨਮਸਕਾਰ ਕੀਤੀ, ਆਪ ਹੱਥ ਜੋੜ ਕੇ ਪੁੱਛਦੇ ਮਹਾਰਾਜ ਇਹ ਕੌਣ ਨੇ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ ਭਾਈ ਗੁਰਦਾਸ ਜੀ ਆਪ ਪੁੱਛ ਲਓ ਵੀ ਇਹ ਕੌਣ ਨੇ। ਉਹ ਪੁੱਛਦੇ ਆ ਵੀ ਕੌਣ ਹੋ। ਤੇ ਉਹਨਾਂ ਵਿੱਚੋਂ ਸਭ ਤੋਂ ਪਹਿਲਾਂ ਇੱਕ ਸ਼ਰੀਰ ਉੱਠਿਆ, ਉਹਨੇ ਹੱਥ ਜੋੜ ਕੇ ਕਿਹਾ, ਕਹਿਣ ਲੱਗੇ ਮੇਰਾ ਨਾਮ ਕਬੀਰ ਹੈ, ਮੈਂ ਕਬੀਰ ਹਾਂ। ਦੂਜਾ ਬਜ਼ੁਰਗ ਉੱਠਿਆ ਜਿਹਨੇ ਹਰੀ ਪੱਗ ਬੱਧੀ ਸੀ, ਉਹ ਕਹਿਣ ਲੱਗਾ ਮੇਰਾ ਨਾਮ ਫਰੀਦ ਹੈ। ਇੱਕ ਨੇ ਕਿਹਾ ਮੇਰਾ ਨਾਮ ਨਾਮਦੇਵ ਹੈ, ਇੱਕ ਕਹਿਣ ਲੱਗੇ ਮੇਰਾ ਨਾਮ ਪੀਪਾ ਹੈ, ਇੱਕ ਕਹਿੰਦੇ ਮੇਰਾ ਨਾਮ ਜੈਦੇਵ ਹੈ, ਇੱਕ ਕਹਿੰਦੇ ਮੇਰਾ ਨਾਮ ਤ੍ਰਿਲੋਚਨ ਹੈ, ਇੱਕ ਕਹਿੰਦੇ ਮੇਰਾ ਨਾਮ ਸਦਨਾ ਹੈ, ਇੱਕ ਕਹਿਣ ਲੱਗੇ ਮੇਰਾ ਨਾਮ ਸੈਣ ਹੈ। ਸਾਧ ਸੰਗਤ ਜੀ ਭਾਈ ਗੁਰਦਾਸ ਜੀ ਹੈਰਾਨ ਹੋ ਗਏ ਵੀ ਇਹ ਤਾਂ ਉਹ ਨੇ ਜਿਨ੍ਹਾਂ ਨੇ ਸਦੀਆਂ ਸਦੀਆਂ ਪਹਿਲਾਂ ਸਰੀਰ ਤਿਆਗਿਆ, ਉਹ ਇੱਥੇ ਆ ਕੇ ਕਿਵੇਂ ਬੈਠ ਗਏ ਹਨ। ਗੁਰਮੁਖੋ ਵਿਅਕਤੀਗਤ ਰੂਪ ਵਿੱਚ ਆ ਕੇ ਉਹਨਾਂ ਨੇ ਆਪਣੀ ਬਾਣੀ ਸਤਿਗੁਰੂ ਜੀ ਨੂੰ ਲਿਖਾਈ ਹੈ। ਸਮਰੱਥ ਗੁਰੂ ਦੇ ਅੱਗੇ ਸਭ ਕੁਝ ਹੋ ਸਕਦਾ ਜੀ। ਪਰਮੇਸ਼ਰ ਹੈ, ਪਰਮੇਸ਼ਰ ਦੀ ਖੇਡ ਹੈ। ਇਹ ਭਗਤ ਜਨ ਜਿਨ੍ਹਾਂ ਦੀ ਬਾਣੀ ਪੜ੍ਹਦੇ ਆ, ਸਤਿਗੁਰੂ ਜੀ ਜਿਨ੍ਹਾਂ ਦੀ ਬਾਣੀ ਪੜ੍ਹਦੇ ਆ, ਸਾਧ ਸੰਗਤ ਜੀ ਇਹ ਕਿਤੇ ਗਏ ਥੋੜੀ ਹੋਏ, ਹੁਣੇ ਤੱਤ ਇਕੱਠੇ ਕਰਕੇ ਫਿਰ ਵਾਪਸ ਉਹਨਾਂ ਦਾ ਸਰੀਰ ਪ੍ਰਗਟ ਹੋ ਜਾਂਦਾ ਜੀ। ਉਸ ਦਿਨ ਤੋਂ ਭਾਈ ਗੁਰਦਾਸ ਜੀ ਨੇ ਇਹ ਸ਼ੰਕਾ ਕਰਨਾ ਛੱਡ ਦਿੱਤਾ ਵੀ ਇਹ ਬਾਣੀ ਭਗਤਾਂ ਦੀ ਕਿਵੇਂ ਮਹਾਰਾਜ ਉਚਾਰ ਰਹੇ ਆ। ਆਸੇ ਪਾਸੇ ਖਬਰਾਂ ਫੈਲ ਗਈਆਂ, ਗੁਰੂ ਅਰਜਨ ਦੇਵ ਜੀ ਬਾਣੀ ਦਾ ਜਹਾਜ਼ ਤਿਆਰ ਕਰ ਰਹੇ ਆ, ਗ੍ਰੰਥ ਸਾਹਿਬ ਤਿਆਰ ਕਰ ਰਹੇ ਆ, ਔਰ ਉਸ ਗ੍ਰੰਥ ਸਾਹਿਬ 'ਚ ਭਗਤਾਂ ਦੀ ਬਾਣੀ ਵੀ ਲਿਖ ਰਹੇ ਨੇ। ਤੇ ਕੁਝ ਸਤਿਗੁਰਾਂ ਦੇ ਸਮਕਾਲੀ ਭਗਤ ਆਏ ਗੁਰੂ ਅਰਜਨ ਸਾਹਿਬ ਜੀ ਦੇ। ਲਾਹੌਰ ਤੋਂ 4 ਜਣੇ ਆਏ ਜਿਹੜੇ ਮੰਨੇ ਪਰਮੰਨੇ ਅਭਿਆਸੀ ਸੀਗੇ, ਭਗਤ ਸੀਗੇ, ਕਾਨਾ, ਛੱਜੂ, ਪੀਲੂ ਤੇ ਸ਼ਾਹ ਹੁਸੈਨ। ਬੜੇ ਅਭਿਆਸੀ ਮੰਨੇ ਗਏ। ਆ ਕੇ ਨਮਸਕਾਰ ਕੀਤੀ, ਕਹਿੰਦੇ ਸਤਿਗੁਰੂ ਪਤਾ ਲੱਗਾ ਆਪ ਬਾਣੀ ਦਾ ਜਹਾਜ਼ ਤਿਆਰ ਕਰ ਰਹੇ ਹੋ, ਗ੍ਰੰਥ ਤਿਆਰ ਕਰ ਰਹੇ ਹੋ, ਜੁਗਾਂ ਜੁਗਾਂ ਤੱਕ ਉਹ ਗ੍ਰੰਥ ਰਹਿਣਾ, ਕਿਰਪਾ ਕਰੋ ਕਿਤੇ ਸਾਡੀ ਬਾਣੀ ਵੀ ਲਿਖਾ ਦਿਓ। ਮਹਾਰਾਜ ਕਹਿਣ ਲੱਗੇ ਵੀ ਜੇ ਤਾਂ ਤੁਹਾਡੀ ਬਾਣੀ ਪਰਮੇਸ਼ਰ ਦੇ ਬੋਲਾਂ ਦੇ ਨਾਲ ਢੁੱਕਦੀ ਹੋਈ ਤੇ ਜ਼ਰੂਰ ਲਿਖਾਂਗੇ। ਉਹਨਾਂ ਨੂੰ ਕਿਹਾ ਜੀ ਸੁਣਾਓ। ਇੱਕ ਕਹਿਣ ਲੱਗਾ ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਇੱਥੇ ਬੋਲਣ ਦੀ ਨਹੀਂ ਜਾਏ ਵੇ ਅੜਿਆ। ਮਹਾਰਾਜ ਕਹਿਣ ਲੱਗੇ ਇਹ ਬੋਲ ਗੁਰੂ ਨਾਨਕ ਸਾਹਿਬ ਦੇ ਬੋਲਾਂ ਦੇ ਨਾਲ ਰਲਦੇ ਨਹੀਂ। ਕਿਉਂ? ਇੱਥੇ ਮਹਾਰਾਜ ਕਹਿੰਦੇ ਤਿਆਗੋ ਮਨ ਕੇ ਸਗਲ ਕਾਮ, ਰਾਮ ਰਾਮ ਬੋਲ, ਰਾਮ ਰਾਮ ਰਾਮ। ਇੱਥੇ ਬੋਲਣ ਦੀ ਗੱਲ ਹੈ, ਇੱਥੇ ਚੁੱਪ ਦੀ ਗੱਲ ਨਹੀਂ। ਚੁੱਪ ਹੈ, ਚੁੱਪ ਨਾ ਹੋ ਬਈ, ਜੇ ਲਾਏ ਰਹਾ ਲਿਵਤਾਰ। ਕਿਸੇ ਨੇ ਕੁਝ, ਕਿਸੇ ਨੇ ਕੁਝ, ਕਿਸੇ ਨੇ ਇਸਤਰੀ ਨੂੰ ਮਾੜਾ ਕਿਹਾ। ਉਹਨਾਂ ਭਗਤਾਂ ਚੋਂ ਮਹਾਰਾਜ ਕਹਿਣ ਲੱਗੇ ਇਹ ਸਿਧਾਂਤ ਗੁਰੂ ਨਾਨਕ ਸਾਹਿਬ ਦੇ ਨਾਲ ਨਹੀਂ ਰਲਦਾ। ਗੁਰੂ ਗ੍ਰੰਥ ਸਾਹਿਬ 'ਚ ਕੱਚੀਆਂ ਗੱਲਾਂ ਨਹੀਂ ਲਿਖੀਆਂ ਜਾਣੀਆਂ।
ਅੱਜ ਸਾਰੇ ਸੰਸਾਰ ਵਿੱਚ ਕਿਤੇ ਵੀ ਚਲੇ ਜਾਓ, ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਵੀ ਪੰਕਤੀ ਨੂੰ ਚੈਲੰਜ ਨਹੀਂ ਕੀਤਾ ਜਾ ਸਕਦਾ ਵੀ ਇਹ ਪੰਕਤੀ ਗਲਤ ਲਿਖੀ ਗਈ ਹੈ। ਮਹਾਰਾਜ ਜੀ ਦੀ ਬਾਣੀ ਬਿਲਕੁਲ ਸੱਤ ਲਿਖੀ ਗਈ ਹੈ। ਪਹਿਲਾਂ ਵੀ ਇੱਕ ਵਾਰੀ ਬੇਨਤੀ ਕੀਤੀ ਸੀ, ਕਵੀ ਜਦੋਂ ਆਪਣੀਆਂ ਕਵਿਤਾਵਾਂ ਉਚਾਰਦੇ ਆ ਨਾ, ਤੇ ਸਾਧ ਸੰਗਤ ਜੀ ਕਵਿਤਾ ਦੇ ਵੇਗ ਵਿੱਚ ਬਹਿ ਕੇ ਕਈ ਪੁੱਠੀਆਂ ਗੱਲਾਂ ਵੀ ਬੋਲ ਦਿੰਦੇ ਹੈ। ਮਹਾਰਾਜ ਕਲਗੀਧਰ ਪਾਉਂਟਾ ਸਾਹਿਬ ਬੈਠੇ, ਇੱਕ ਕਵੀ ਆਇਆ, ਕਹਿੰਦਾ ਮਹਾਰਾਜ ਸੁਣਿਆ ਤੁਸੀਂ ਕਵੀਆਂ ਦੇ ਕਦਰਦਾਨ ਹੋ, ਮੇਰੀ ਕਵਿਤਾ ਸੁਣੋ। ਮਹਾਰਾਜ ਕਹਿਣ ਲੱਗੇ ਬੋਲ। ਉਹਨੇ ਫਿਰ ਬੋਲੇ ਵੀ ਮਰਦ ਜਿਹੜਾ ਉਹ ਮੁੱਛ ਨਾਲ ਫੱਬਦਾ, ਇਸਤਰੀ ਜਿਹੜੀ ਹੈ ਉਹ ਰੂਪ ਨਾਲ ਫੱਬਦੀ ਹੈ। ਮਰਦ ਸੋਹੇ ਬੋਲ ਸੋ, ਵਾਹਿਗੁਰੂ, ਮਰਦ ਸੋਹੇ ਮੁੱਛ ਸੋ। ਮਹਾਰਾਜ ਕਹਿਣ ਲੱਗੇ ਦਸਵੇਂ ਪਾਤਸ਼ਾਹ ਵੀ ਮੁੱਛ ਤੇ ਬੜੀ ਵੱਡੀ ਹੋਵੇ ਪਰ ਬਚਨਾਂ ਦਾ ਪੂਰਾ ਨਾ ਹੋਵੇ, ਉਹ ਮਰਦ ਥੋੜੀ ਹੁੰਦਾ ਹੈ। ਮਰਦ ਸੋਹੇ ਕੌਲ ਸੋ, ਮਰਦ ਤਾਂ ਉਹ ਹੁੰਦਾ ਹੈ ਜਿਹੜਾ ਆਪਣੇ ਬਚਨਾਂ ਦਾ ਪੂਰਾ ਹੋਵੇ। ਸੂਰਬੀਰ ਬਚਨ ਕੇ ਬਲੀ। ਮਹਾਰਾਜ ਕਹਿਣ ਲੱਗੇ ਜੇ ਤੇਰੀ ਕਵਿਤਾ ਕੱਚੀ ਹੈ, ਇਹਨੂੰ ਪੱਕਿਆਂ ਕਰ। ਉਹਨਾਂ ਚਾਰ ਭਗਤਾਂ ਦੀ ਬਾਣੀ ਨਹੀਂ ਮਹਾਰਾਜ ਨੇ ਲਿਖੀ। ਸਾਹਿਬ ਸੱਚੇ ਪਾਤਸ਼ਾਹ ਨੇ ਬਾਣੀ ਉਚਾਰਦਿਆਂ ਰਾਮਸਰ ਸਾਹਿਬ ਬਿਲਕੁਲ ਸਾਹਮਣੇ ਅਸਥਾਨ ਹੈ ਮੰਜੀ ਸਾਹਿਬ। ਸਾਧ ਸੰਗਤ ਜੀ, ਜਿੱਥੇ ਅੱਜ ਵੀ ਉਹ ਬੇਰੀ ਖਲੋਤੀ ਹੈ, ਉਸ ਬੇਰੀ ਦੇ ਹੇਠਾਂ ਬੈਠ ਕੇ ਸਤਿਗੁਰੂ ਜੀ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਉਚਾਰਨ ਕੀਤੀ ਜੀ, ਔਰ ਬਚਨ ਕੀਤਾ। 24,000 ਇਹਦੇ ਅੱਖਰ ਨੇ, ਮਾਤਰਾਵਾਂ ਨੇ, ਮਾਤਰਾਵਾਂ ਅੱਖਰ ਮਿਲਾ ਕੇ 24,000 ਬਣਦੇ ਆ। ਜਿਹੜਾ ਦਿਨ ਵਿੱਚ ਇੱਕ ਪਾਠ ਕਰ ਲੇਗਾ ਉਹਦੇ 24,000 ਸਵਾਸ ਸਫਲੇ ਹੋ ਜਾਣਗੇ। ਸਾਰੀ ਬਾਣੀ ਮਹਾਰਾਜ ਜੀ ਨੇ ਆਪ ਉਚਾਰਨ ਕੀਤੀ। ਭੱਟ ਸਾਹਿਬਾਨ ਦੀ ਬਾਣੀ ਸਤਿਗੁਰੂ ਜੀ ਨੇ ਆਪ ਉਚਾਰਨ ਕੀਤੀ। ਔਰ ਸੱਚੇ ਪਾਤਸ਼ਾਹ ਜਦੋਂ ਉਹਨਾਂ ਦੀ ਬਾਣੀ ਆਪ ਲਿਖੀ ਹੈ, ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਭੱਟ ਸਾਹਿਬਾਨ ਦੀ ਉਚਾਰਨ ਕੀਤੀ, ਬਾਣੀ ਨੂੰ ਆਪ ਲਿਖਵਾਇਆ ਜਦੋਂ, ਤੇ ਸਾਧ ਸੰਗਤ ਜੀ ਉਸ ਸਮੇਂ ਸੰਪੂਰਨਤਾ ਕੀਤੀ ਹੈ। ਮੁੰਦਾਵਣੀ ਨਾਮ ਤੇ ਮੋਹਰ ਲਾ ਦਿੱਤੀ ਮਹਾਰਾਜ ਜੀ ਨੇ, ਜਿਹਨੂੰ ਆਪਾਂ ਪੜ੍ਹਦੇ ਹਾਂ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਇਹਦਾ ਇਹ ਭਾਵ ਸੀ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹ ਥਾਲ ਨੇ ਜਿਨ੍ਹਾਂ ਵਿੱਚ ਤਿੰਨ ਵਸਤੂਆਂ ਨੇ, ਇੱਕ ਸਤ ਹੈ, ਦੂਜਾ ਸੰਤੋਖ ਹੈ, ਤੀਜੀ ਬ੍ਰਹਮ ਦੀ ਵਿਚਾਰ ਹੈ। ਸਾਰੀ ਸਾਧ ਸੰਗਤ ਦੀ ਬਾਣੀ ਲਿਖ ਕੇ, ਕੋਈ ਵੀ ਬੰਦਾ ਕਿਤਾਬ ਵਾਲਾ ਹੈ ਨਾ, ਕੋਈ ਕਿਤਾਬ ਲਿਖਦਾ ਸਾਈਨ ਕਰ ਦਿੰਦਾ ਆਪਣੇ। ਗੁਰੂ ਅਰਜਨ ਸਾਹਿਬ ਜੀ ਨੇ ਸਾਰੀ ਬਾਣੀ ਲਿਖੀ, ਅਖੀਰ ਤੇ ਕਿਹਾ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕਿਤੋਈ। ਹੇ ਪਰਮੇਸ਼ਰ ਜੀ, ਆਪ ਜੀ ਨੇ ਮੈਨੂੰ ਜੋਗ ਕੀਤਾ, ਮੇਰੇ ਕੋਲੋਂ ਬਾਣੀ ਲਿਖਵਾਈ ਹੈ। ਕਿੱਡੀ ਵੱਡੀ ਨਿਮਰਤਾ ਸਾਹਿਬ ਗੁਰੂ ਅਰਜਨ ਦੇਵ ਜੀ ਦੀ। ਮਹਾਰਾਜ ਆਪ ਕਹਿੰਦੇ ਆ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਕੋ ਗੁਣ ਨਾਹੀ ਆਪੇ ਤਰਸ ਪਇਓਈ। ਤਰਸ ਪਇਓਈ, ਮੇਰੇ ਵਿੱਚ ਕੋਈ ਗੁਣ ਨਹੀਂ ਹੈ, ਆਪ ਕਿਰਪਾ ਕੀਤੀ ਹੈ, ਤੁਸਾਂ ਤਰਸ ਕੀਤਾ। ਸਤਿਗੁਰੂ ਜੀ ਨੇ ਮੁੰਦਾਵਣੀ ਲਿਖ ਕੇ ਭੋਗ ਪਾਇਆ। ਰਾਗ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ ਆ, ਰਾਗਾਂ ਨੇ ਬੇਨਤੀ ਕੀਤੀ ਹੈ, ਮਹਾਰਾਜ ਆਪ ਕਿਰਪਾ ਕਰੋ, ਸਾਨੂੰ ਵੀ ਥਾਂ ਬਖਸ਼ਿਸ਼ ਕਰੋ। ਮਹਾਰਾਜ ਕਹਿਣ ਲੱਗੇ ਤੁਹਾਡੇ ਅਨੁਸਾਰ ਤਾਂ ਬਾਣੀ ਲਿਖੀ ਹੈ। ਕਹਿੰਦੇ ਮਹਾਰਾਜ ਪਰ ਸਾਡੀ ਮਾਲਾ ਲਿਖੋ ਸੱਚੇ ਪਾਤਸ਼ਾਹ, ਸਾਨੂੰ ਥਾਂ ਦਿਓ, ਲੋਕਾਂ ਨੂੰ ਸਾਡਾ ਪਤਾ ਕੋਈ ਨਹੀਂ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫਿਰ ਰਾਗ ਮਾਲਾ ਲਿਖੀ ਹੈ। ਖਸ਼ਟ ਰਾਗ ਉਨ ਗਾਏ, ਸੰਗ ਰਾਗ ਨੀਤੇਸ, ਸਭੈ ਪੁੱਤਰ ਰਾਗਨ ਕੇ 18 10 20। ਮਹਾਨ ਕਾਰਜ ਸੰਪੂਰਨ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦਾ। ਵੇਖੋ ਜਿੱਥੇ ਵੱਡੇ ਸਤਿਗੁਰਾਂ ਦੀਆਂ ਵਾਰਾਂ ਲਿਖੀਆਂ ਨਾ, ਜਿਹਦੇ ਵਿੱਚ ਗੁਰੂ ਅਰਜਨ ਸਾਹਿਬ ਦੇ ਸ਼ਲੋਕ ਨਹੀਂ ਆਉਂਦੇ, ਪੌੜੀਆਂ ਨਹੀਂ ਆਉਂਦੀਆਂ, ਉਸ ਵਾਰ ਦੇ ਸੰਪੂਰਨਤਾ ਤੇ ਮਹਾਰਾਜ ਨੇ ਸੁੱਧ ਲਿਖਿਆ ਵੀ ਵੱਡੇ ਸਤਿਗੁਰਾਂ ਦੀ ਬਾਣੀ ਹੈ, ਬਿਲਕੁਲ ਸ਼ੁੱਧ ਹੈ। ਕਿਤੇ ਐਵੇਂ ਹੱਥ 'ਚ ਕਲਮ ਫੜ ਕੇ ਗੁਰੂ ਗ੍ਰੰਥ ਸਾਹਿਬ ਤੇ ਬਿੰਦੀਆਂ ਨਾ ਸਿੱਖ ਲਾਉਣ ਲੱਗ ਪਵੇ ਵੀ ਇੱਥੇ ਬਿੰਦੀ ਲਾਉਣੀ ਹੈ, ਇਸ ਗੱਲ ਦੀ ਕਮੀ ਰਹਿ ਗਈ ਹੈ, ਮੈਂ ਜ਼ਿਆਦਾ ਸਿਆਣਾ।
ਤੇ ਜਿਹੜੀ ਆਪਣੀ ਮਹਾਰਾਜ ਦੀ ਵਾਰ ਹੈ ਉੱਥੇ ਸਤਿਗੁਰਾਂ ਨੇ ਵਾਰ ਦੀ ਸੰਪੂਰਨਤਾ ਤੇ ਲਿਖਿਆ ਸੁਧ ਕੀਚੈ। ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਸ਼ੁੱਧ ਕਰਨਾ ਹੈ, ਇਹਦਾ ਮਤਲਬ ਇਹ ਹੈ ਵੀ ਇਹ ਸ਼ੁੱਧ ਕੀਤੀ ਹੋਈ ਵਾਰ ਲਿਖੀ ਹੈ ਤੁਹਾਨੂੰ, ਇਹ ਸ਼ੁੱਧ ਕੀਤੀ ਹੋਈ ਵਾਰ ਹੈ। ਬੜੀਆਂ ਘੁੰਡੀਆਂ ਨੇ, ਜਦੋਂ ਆਪਾਂ ਪਾਠ ਕਰਦੇ ਹਾਂ ਫਿਰ ਸਾਧ ਸੰਗਤ ਜੀ ਉਹ ਘੁੰਡੀਆਂ ਸਾਹਮਣੇ ਆਉਂਦੀਆਂ। ਬਾਣੀ ਦਾ ਗ੍ਰੰਥ ਤਿਆਰ ਹੋਇਆ, ਭਾਈ ਬੰਨੋ ਜੀ ਨੇ ਸਾਧ ਸੰਗਤ ਜੀ ਜਿਲਤ ਸਾਜੀ ਕੀਤੀ ਹੈ। ਰਾਮਸਰ ਸਾਹਿਬ ਸਰੂਪ ਤਿਆਰ ਹੋ ਕੇ ਸੁਭਾਏ ਮਹਨ ਕੀਤਾ। ਮਹਾਰਾਜ ਨੇ ਹੁਕਮਨਾਮੇ ਲਿਖ ਕੇ ਸਾਰਾ ਪੰਥ ਸੱਦਿਆ ਸੀਗਾ। ਸੋਢੀ, ਤਰੇਹਣ, ਭੱਲੇ, ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ ਬੰਸ, ਮਸੰਦ, ਕੀ ਕਸ਼ਮੀਰ, ਗਜਨੀ, ਜਲਾਲਾਬਾਦ, ਸਭ ਥਾਵਾਂ ਤੋਂ ਸੰਗਤਾਂ ਸੱਦੀਆਂ। ਔਰ ਉਹਨਾਂ ਸੰਗਤਾਂ ਦੇ ਵਿੱਚ ਮੰਜੀ ਪਰ ਗ੍ਰੰਥ ਜੀ ਥਾਪ, ਮਹਾਰਾਜ ਨੇ ਮੰਜੀ ਤੇ ਗ੍ਰੰਥ ਸਾਹਿਬ ਜੀ ਸੁਭਾਏਮਾਨ ਕੀਤੇ। ਆਪ ਸਾਹਿਬ ਗੁਰੂ ਅਰਜਨ ਦੇਵ ਜੀ ਭੁੰਜੇ ਸੰਗਤ ਵਿੱਚ ਬੈਠੇ ਸਨ ਜੀ। ਸਿੱਖ ਕਹਿੰਦੇ ਮਹਾਰਾਜ ਇਹ ਤਖਤ ਤਾਂ ਆਪ ਜੀ ਦਾ। ਮਹਾਰਾਜ ਕਹਿਣ ਲੱਗੇ ਸਿੱਖੋ ਇਹ ਬਾਣੀ ਗੁਰੂ ਨਾਨਕ ਸਾਹਿਬ ਜੀ ਦੀ ਹੈ, ਸਾਡੇ ਤੋਂ ਕਿਤੇ ਵੱਡੀ ਹੈ। ਵੱਡੇ ਸਤਿਗੁਰਾਂ ਦਾ ਬਚਨ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਇ। ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਪਾਸੋਂ ਸਲਾਹ ਕਰਦੇ ਆ। ਬਾਬਾ ਬੁੱਢਾ ਸਾਹਿਬ ਜੀ ਇਸ ਮਹਾਨ ਗ੍ਰੰਥ ਦਾ ਪ੍ਰਕਾਸ਼ ਕਿੱਥੇ ਕੀਤਾ ਜਾਵੇ। ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਮੈਂ ਤਾਂ ਝਾੜੂ ਫੇਰਨ ਵਾਲਾ ਵਾਂ, ਮਹਾਰਾਜ ਮੈਂ ਤੁਹਾਨੂੰ ਕੀ ਦੱਸਾਂਗਾ ਵੀ ਇਸ ਗ੍ਰੰਥ ਦਾ ਪ੍ਰਕਾਸ਼ ਕਿੱਥੇ ਕੀਤਾ ਜਾਵੇ। ਮਹਾਰਾਜ ਕਹਿਣ ਲੱਗੇ ਫਿਰ ਵੀ ਬਾਬਾ ਜੀ ਅਸੀਂ ਆਪ ਪੁੱਛ ਰਹੇ ਹਾਂ, ਕਿਰਪਾ ਕਰੋ ਦੱਸੋ। ਤੇ ਬਾਬਾ ਬੁੱਢਾ ਜੀ ਨੇ ਕਿਹਾ ਸੀ, ਮਹਾਰਾਜ ਜਿਵੇਂ ਬਾਣੀ ਵਰਗਾ ਹੋਰ ਕੋਈ ਮਹਾਰਾਜ ਗ੍ਰੰਥ ਨਹੀਂ ਹੈ, ਬਾਣੀ ਤੋਂ ਵੱਡਾ ਹੋਰ ਕੋਈ ਨਹੀਂ ਹੈ। ਸਤਿਗੁਰੂ ਆਪ ਜੀ ਨੇ ਉਚਾਰਨ ਕੀਤਾ, ਇੱਕ ਧਰਤੀ ਵੀ ਐਸੀ ਹੈ ਜਿਹਦੇ ਵਰਗੀ ਦੂਜੀ ਧਰਤੀ ਹੋਰ ਕੋਈ ਨਹੀਂ ਹੈ। ਜਿਵੇਂ ਬਾਣੀ ਵਰਗਾ ਕੋਈ ਹੋਰ ਨਹੀਂ ਹੈ ਮਹਾਰਾਜ, ਉਵੇਂ ਉਸ ਧਰਤੀ ਵਰਗਾ ਵੀ ਕੋਈ ਹੋਰ ਨਹੀਂ। ਮਹਾਰਾਜ ਕਹਿਣ ਲੱਗੇ ਕੀ? ਤੇ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ, ਮਹਾਰਾਜ ਆਪ ਨੇ ਕਿਹਾ ਸੀ ਡਿੱਠੇ ਸਭੇ ਥਾਪ ਨਹੀਂ ਤੁਧ ਜੇਹਿਆ। ਸਤਿਗੁਰੂ ਸਭ ਤੋਂ ਉੱਚੀ ਬਾਣੀ ਹੈ, ਸਭ ਤੋਂ ਉੱਚਾ ਸਥਾਨ ਹਰਮੰਦਰ ਆਪ ਜੀ ਨੇ ਬਣਾਇਆ। ਆਪ ਜੇ ਚਾਹੋ ਤੇ ਹਰਮੰਦਰ ਵਿੱਚ ਗੁਰੂ ਕੀ ਬਾਣੀ ਦਾ ਪ੍ਰਕਾਸ਼ ਕੀਤਾ ਜਾਵੇ। ਮੁਕਰਰ ਕੀਤਾ ਗਿਆ ਵੀ ਦਿਨ ਚੜ੍ਹਦੇ ਨੂੰ ਸਰੂਪ ਲੈ ਕੇ ਹਰਮੰਦਰ ਸਾਹਿਬ ਜਾਇਆ ਜਾਏਗਾ। ਸ਼ਾਮ ਨੂੰ ਸੰਗਤਾਂ ਆਰਾਮ ਕਰਦੀਆਂ, ਬੇਦੀ ਵੀ ਸੁੱਤੇ, ਤੇਣ ਵੀ ਸੁੱਤੇ, ਭੱਲੇ ਵੀ ਸੁੱਤੇ ਐ। ਗੁਰੂ ਅਰਜਨ ਸਾਹਿਬ ਜਾਗ ਰਹੇ ਐ। ਮਹਾਰਾਜ ਵਿਚਾਰ ਕਰਦੇ ਐ ਗ੍ਰੰਥ ਸਾਹਿਬ ਦਾ ਗ੍ਰੰਥੀ ਕਿਹਨੂੰ ਥਾਪਿਆ ਜਾਵੇ ਜੀ। ਜਿਹੜਾ ਗ੍ਰੰਥ ਸਾਹਿਬ ਜੀ ਦੀ ਸੇਵਾ ਕਰੇ, ਸੋਢੀ, ਤੇਹਣ, ਭੱਲੇ, ਬੰਸ, ਸੋਢੀ, ਤੇਣ, ਭੱਲੇ ਬੇਦੀ ਬੈਠੇ ਐ। ਇਹਨਾਂ ਦੇ ਮਨ 'ਚ ਮਾਣ ਹੋ ਜਾਏਗਾ ਵੀ ਸ਼ਾਇਦ ਸਾਡੇ ਵੱਡਿਆਂ ਦੀ ਬਾਣੀ ਹੈ, ਗ੍ਰੰਥ ਸਾਡਾ ਹੈ। ਗ੍ਰੰਥ ਸਾਹਿਬ ਦੀ ਸੇਵਾ ਉਹ ਗੁਰਮੁਖ ਪਿਆਰਾ ਕਰੇ ਜਿਹਦਾ ਮਨ ਬਹੁਤ ਨੀਵਾਂ ਹੋਵੇ, ਜਿਨੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਕਮਾਈ ਹੋਵੇ। ਤਾਂ ਸਾਧ ਸੰਗਤ ਜੀ ਇੱਕੋ ਹੀ ਸਿੱਖ ਮਹਾਨ ਦਿਖਿਆ, ਧੰਨ ਬਾਬਾ ਬੁੱਢਾ ਸਾਹਿਬ ਜੀ। ਮਹਾਰਾਜ ਨੇ ਦਿਨ ਚੜ੍ਹਿਆ, ਬਾਬਾ ਬੁੱਢਾ ਸਾਹਿਬ ਜੀ ਨੂੰ ਅੱਗੇ ਕੀਤਾ, ਬਾਬਾ ਬੁੱਢਾ ਜੀ ਗ੍ਰੰਥ ਸਾਹਿਬ ਜੀ ਨੂੰ ਸੀਸ ਉੱਤੇ ਤੁਸੀਂ ਚੁੱਕੋਗੇ। ਵੇਖੋ ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ, ਜਿੰਨਾ ਸਤਿਕਾਰ ਗੁਰੂ ਅਰਜਨ ਦੇਵ ਜੀ ਕਰਦੇ ਆ ਅੱਜ ਉਹਨਾਂ ਸਿੱਖ ਨਹੀਂ ਤੇ ਸਤਿਕਾਰ ਕਰਦੇ। ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਤੇ ਰੱਖਣਾ ਤੇ ਸਿਰ ਬਾਬਾ ਬੁੱਢਾ ਜੀ ਵਰਗਾ ਚਾਹੀਦਾ। ਅੱਜ ਅਸੀਂ ਹਰ ਇੱਕ ਦੇ ਸੀਸ ਉੱਤੇ ਮਹਾਰਾਜ ਜੀ ਦਾ ਸਰੂਪ ਰੱਖ ਦਿੰਦੇ ਹਾਂ ਜੀ। ਬਾਬਾ ਬੁੱਢਾ ਜੀ ਜੈਸਾ ਸਿਰ ਚਾਹੀਦਾ, ਉਹਨਾਂ ਮਹਾਨ ਸਿਰ ਚਾਹੀਦਾ। ਘੱਟੋ ਘੱਟ ਗੁਰਸਿੱਖ ਤਾਂ ਹੋਵੇ, ਸਾਬਤ ਸੂਰਤ ਤਾਂ ਹੋਵੇ। ਬਾਬਾ ਬੁੱਢਾ ਸਾਹਿਬ ਜੀ ਦੇ ਗਲ 'ਚ ਸੰਗਤਾਂ ਨੇ ਫੁੱਲਾਂ ਦੇ ਹਾਰ ਪਾਏ ਆ। ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉੱਤੇ ਫੁੱਲਾਂ ਦੇ ਹਾਰ ਪਾਏ ਆ। ਬਾਬਾ ਬੁੱਢਾ ਸਾਹਿਬ ਜੀ ਨੂੰ ਹੁਕਮ ਕੀਤਾ, ਬੁੱਢਾ ਨਿਜ ਸਿਰ ਪਰ ਧਰ ਗ੍ਰੰਥ, ਚਲੋ ਅਗਾਰੀ ਸੁਦਾ ਸਰ ਪੰਥ। ਆਪਣੇ ਸਿਰ ਉੱਤੇ ਸੀਸ ਉੱਤੇ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਰੱਖੋ ਔਰ ਸੁਦਾ ਸਰ ਪੰਥ ਦਰਬਾਰ ਸਾਹਿਬ ਵੱਲ ਨੂੰ ਤੁਰੋ। ਕਹਿੰਦੇ ਆ ਬਾਬਾ ਮਾਨ ਹੁਕਮ ਬੁੱਢਾ ਸਿਰ ਲੀਨਾ। ਬਾਬਾ ਬੁੱਢਾ ਸਾਹਿਬ ਜੀ ਨੇ ਹੁਕਮ ਮੰਨ ਕੇ ਆਪਣੇ ਸੀਸ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਜਾਇਆ। ਚਮਰ ਗੁਰੂ ਆਪਣੇ ਕਰ ਲੀਨਾ,
ਆਪ ਗੁਰੂ ਅਰਜਨ ਦੇਵ ਜੀ ਨੇ ਚੌਰ ਸਾਹਿਬ ਪਕੜਿਆ ਹੈ। ਇਥੋਂ ਅੰਦਾਜ਼ਾ ਲਾਓ, ਜਿਨ੍ਹਾਂ ਵਾਹਿਗੁਰੂ ਜਿਸ ਗੁਰੂ ਅਰਜਨ ਸਾਹਿਬ ਦੇ ਸੀਸ ਉੱਤੇ ਆਪਣੇ ਉੱਤੇ ਚੌਰ ਸਾਹਿਬ ਹੁੰਦਾ ਹੈ, ਅੱਜ ਗੁਰੂ ਅਰਜਨ ਸਾਹਿਬ ਨੇ ਆਪਣੇ ਹੱਥਾਂ 'ਚ ਚੌਰ ਪਕੜ ਕੇ ਗੁਰੂ ਦੀ ਬਾਣੀ ਉੱਤੇ ਆਪ ਚੌਰ ਸਾਹਿਬ ਕੀਤਾ ਜੀ। ਕਿੰਨਾ ਵੱਧ ਸਤਿਕਾਰ ਕੀਤਾ। ਬਾਬਾ ਬੁੱਢਾ ਸਾਹਿਬ ਉਹ ਗੁਰੂ ਕੇ ਸਿੱਖ ਨੇ, ਜਦੋਂ ਵੀ ਕਿਸੇ ਸਰੀਰ ਵਿੱਚ ਗੁਰੂ ਜੋਤ ਪ੍ਰਵੇਸ਼ ਹੋਈ ਹੈ, ਸਭ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਦਾ ਸਿਰ ਝੁਕਦਾ ਰਿਹਾ। ਸਾਧ ਸੰਗਤ ਜੀ ਜੇ ਅੱਜ ਗੁਰੂ ਸ਼ਬਦ ਰੂਪ ਵਿੱਚ ਆਏ ਆ, ਸਭ ਤੋਂ ਪਹਿਲਾਂ ਬਾਬਾ ਬੁੱਢਾ ਜੀ ਦੇ ਸੀਸ ਉੱਤੇ ਰੱਖੇ ਗਏ ਹਨ ਜੀ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨਾਲ ਸਨ। 6 ਸਾਲ ਦੀ ਆਰਜ਼ੂ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅੱਜ ਦੇ ਦਿਨ ਜੀ। ਜਦੋਂ ਗਏ ਨੇ ਹਰਮੰਦਰ ਸਾਹਿਬ, ਕੀਰਤਨ ਕਰਦਿਆਂ ਬਾਣੀ ਪੜ੍ਹਦਿਆਂ ਸੰਗਤਾਂ ਹਰਮੰਦਰ ਸਾਹਿਬ ਪਹੁੰਚੀਆਂ ਨੇ। ਗੁਰੂ ਕੇ ਕੀਰਤਨੀਏ ਆਸਾ ਦੀ ਵਾਰ ਕਰ ਰਹੇ ਸੀਗੇ। ਵਾਰ ਭੋਗ ਕੋ ਸੁਨ ਮਨ ਲਾਏ, ਸ਼੍ਰੀ ਅਰਜਨ ਤਬ ਗਿਰਾ ਅਲਾਈ। ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਹੋ ਆਵਾਜ਼, ਸੁਨੇ ਸਭ ਪੰਥ। ਅੱਜ ਸੰਸਾਰ ਦਾ ਸਭ ਤੋਂ ਵੱਡਾ ਕਾਰਜ ਗੁਰੂ ਅਰਜਨ ਸਾਹਿਬ ਨੇ ਦੁਨੀਆ ਨੂੰ ਠਾਰਨ ਵਾਸਤੇ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕਰਵਾਇਆ ਮਹਾਰਾਜ ਨੇ। ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਨੂੰ ਬਚਨ ਕੀਤਾ। ਬਾਬਾ ਬੁੱਢਾ ਸਾਹਿਬ ਸਾਧ ਸੰਗਤ ਜੀ ਪ੍ਰਕਾਸ਼ ਕਰਦੇ ਆ। ਅਦਬ ਸੰਗ ਜਬ ਗ੍ਰੰਥ ਸੋ ਖੋਲਾ, ਲੈ ਆਵਾਜ਼ ਬੁੱਢਾ ਮੁਖ ਬੋਲਾ। ਸੁਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ। ਹਰ ਕੰਮ ਕਰਾਵਣ ਆਇਆ RAM, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ। ਬਾਬਾ ਬੁੱਢਾ ਸਾਹਿਬ ਜੀ ਦੀ ਪਵਿੱਤਰ ਰਸਨਾ ਤੋਂ ਇਹ ਮੁੱਖ ਵਾਕ ਸੁਣਾਇਆ ਗਿਆ। ਗੁਰੂ ਅਰਜਨ ਦੇਵ ਜੀ ਨੇ ਵੀ ਨਮਸਕਾਰ ਕੀਤੀ। ਅੱਜ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਜਿਹੜੀ ਮਰਿਆਦਾ ਅਖੰਡ ਕੀਰਤਨ ਦੀ ਅੰਮ੍ਰਿਤ ਵੇਲੇ ਤੋਂ ਲੈ ਕੇ ਸੁਖ ਆਸਣ ਤੱਕ, ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਣਾਈ ਹੋਈ। ਕਈ ਵੀਰ ਪੁੱਛਦੇ ਆ ਦਰਬਾਰ ਸਾਹਿਬ ਦੀ ਮਰਿਆਦਾ ਵੱਖਰੀ ਕਿਉਂ ਹੈ? ਉੱਥੇ ਆਸਾ ਦੀ ਵਾਰ ਹੁੰਦਿਆਂ ਵਿੱਚ ਸਰੂਪ ਆਉਂਦਾ। ਸਾਧ ਸੰਗਤ ਜੀ ਇਹ ਮਰਿਆਦਾ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਬਣਾਈ ਹੈ। ਪ੍ਰਕਾਸ਼ ਕਿਹੜੇ ਸਮੇਂ ਹੋਵੇਗਾ, ਮਹਾਰਾਜ ਜੀ ਦੇ ਸਰੂਪ ਦਾ ਸੁਖ ਆਸਨ ਕਿਹੜੇ ਸਮੇਂ ਹੋਵੇਗਾ, ਦਿਨ ਵਿੱਚ ਕਿੰਨੀ ਵਾਰੀ ਅਰਦਾਸ ਕਰਨੀ ਹੈ ਔਰ ਕਿੰਨੀ ਵਾਰੀ ਕੜਾਹ ਪ੍ਰਸ਼ਾਦ ਦਾ ਭੋਗ ਲੱਗੇਗਾ, ਇਹ ਸਾਰੀ ਮਰਿਆਦਾ ਹਰਿਮੰਦਰ ਸਾਹਿਬ ਦੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੁਆਰਾ ਬਣਾਈ ਹੋਈ ਹੈ। ਅੱਜ ਵੀ ਜਿਉਂ ਦੀ ਤਿਉਂ ਉੱਥੇ ਉਵੇਂ ਹੀ ਮਰਿਆਦਾ ਚੱਲ ਰਹੀ ਹੈ। ਸਾਰੇ ਪੰਥ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਰਸਨਾ ਤੋਂ ਮੁੱਖ ਵਾਕ ਸਰਵਣ ਕੀਤਾ। ਉਦੋਂ ਤੋਂ ਲੈ ਕੇ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਰਿਹਾ ਤੇ ਸਾਧ ਸੰਗਤ ਜੀ ਰਹਿੰਦੀ ਦੁਨੀਆ ਤੱਕ ਇਸ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਦਾ ਹੁੰਦਾ ਰਹਿਣਾ ਹੈ। ਇਹ ਨਹੀਂ ਮਿਟਣਾ ਸਾਧ ਸੰਗਤ ਜੀ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਆਪਾਂ ਜੋਤੀ ਜੋਤ ਦਿਵਸ ਮਨਾਉਂਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਕਦੀ ਵੀ ਜੋਤੀ ਜੋਤ ਦਿਵਸ ਨਹੀਂ ਮਨਾਇਆ ਜਾਵੇਗਾ। ਇਹ ਜੁਗੋ ਜੁਗ ਅਟਲ ਸਤਿਗੁਰੂ ਹਨ। ਅੱਜ ਸਤਿਗੁਰੂ ਜੀ ਦਾ ਪਹਿਲਾ ਪ੍ਰਕਾਸ਼ ਵਾਲਾ ਦਿਨ ਹੈ। ਆਪ ਸਾਰੀਆਂ ਸੰਗਤਾਂ ਨੂੰ ਸਤਿਗੁਰਾਂ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਸਤਿਗੁਰੂ ਕਿਰਪਾ ਕਰਨ। ਬਾਣੀ ਨੂੰ ਪੜ੍ਹਨਾ ਹੈ, ਬਾਣੀ ਨੂੰ ਸੁਣਨਾ ਹੈ, ਬਾਣੀ ਨੂੰ ਵਿਚਾਰਨਾ ਹੈ, ਆਪਣੇ ਆਪ ਦਾ ਸਾਧ ਸੰਗਤ ਜੀ ਅਸੀਂ ਭਲਾ ਕਰਨਾ ਹੈ। ਬਾਣੀ ਦੀ ਸਦਾ ਹੀ ਸਾਨੂੰ ਜ਼ਰੂਰਤ ਹੈ। ਬਾਣੀ ਦੁੱਖਾਂ ਨੂੰ ਕੱਟਦੀ ਹੈ, ਬਾਣੀ ਕਲੇਸ਼ਾਂ ਨੂੰ ਕੱਟਦੀ ਹੈ, ਬਾਣੀ ਮਾੜੀ ਪਰਾਰਬਧ ਨੂੰ ਕੱਟਦੀ ਹੈ। ਲਾਸਟ ਬੇਨਤੀ ਕਰਕੇ ਖਿਮਾ ਮੰਗਦਾ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜਿਹੜੇ ਕਰਮ ਕੀਤੇ ਆ ਨਾ, ਉਹ ਕਰਮ ਸਾਨੂੰ ਭੋਗਣੇ ਪੈਂਦੇ ਆ, ਕਰਮਾਂ ਦਾ ਫਲ ਮਿਲਦਾ। ਪਰ ਗੁਰੂ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ, ਸਿੱਖੋ ਗੁਰੂ ਦੇ ਸ਼ਬਦ ਦੀ ਕਮਾਈ ਕਰੋ, ਗੁਰੂ ਦੀ ਬਾਣੀ ਦੀ ਕਮਾਈ ਕਰੋ, ਪੜੋ ਗੁਰੂ ਕੀ ਬਾਣੀ ਨੂੰ ਬਾਰ-ਬਾਰ। ਤੁਹਾਡੇ ਇੱਕ ਕਰਮ ਕੀ ਕਰੋੜਾਂ ਮਾੜੇ ਕਰਮ ਜਿਹੜੇ ਆ ਉਹ ਕੱਟੇ ਜਾਣਗੇ। ਗੁਰ ਕਾ ਸ਼ਬਦ ਕਾਟੇ ਕੋਟ ਕਰਮ, ਕਰੋੜਾਂ ਮਾੜੇ ਕਰਮ ਗੁਰੂ ਦੀ ਬਾਣੀ ਪੜ੍ਹ ਕੇ ਸਾਧ ਸੰਗਤ ਜੀ ਕੱਟੇ ਜਾਂਦੇ ਹਨ। ਸੋ ਸਤਿਗੁਰਾਂ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀਆਂ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ। ਬਾਹਰ ਜਲ ਪਾਣੀ ਆਪ ਜੀ ਨੇ ਛਕਣਾ। ਬੇਨਤੀ ਹੈ ਕਿ ਪਹਿਲਾਂ ਕੁਝ ਸੰਗਤਾਂ ਛਕ ਲਓ,
ਜਦੋਂ ਉਹ ਛਕ ਲੈਣਗੇ ਫਿਰ ਦੂਜੀਆਂ ਸੰਗਤਾਂ ਛਕ ਲਿਓ। ਭੁੱਲਾਂ ਦੀ ਮਾਫੀ। ਬਹੁਤ ਬਹੁਤ ਵਧਾਈਆਂ ਹੋਣ। ਪਿਆਰ ਨਾਲ ਗੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।